ਸ਼ਮਾਦਾਨ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ। ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ। ਅੱਜ ਦਿਨ ਹੈ ਸੋਮਵਾਰ, ਤਰੀਕ ਹੈ 11 ਸਤੰਬਰ ਤੇ ਸ਼ਾਮ ਦੇ 6:30 ਦਾ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਹਮੇਸ਼ਾ ਸਾਡੀ ਕੋਸ਼ਿਸ਼ ਹੁੰਦੀ ਹੈ ਆਪ ਜੀ ਨੂੰ ਪੰਜਾਬ ਦੀਆਂ ਤਾਜ਼ਾ ਤਰੀਨ ਖਬਰਾਂ ਦੇ ਨਾਲ ਰੂਬਰੂ ਕਰਾਈਏ। ਅਹਿਮ ਪੱਖ ਦੇ ਮਸਲਿਆਂ ਦੇ ਉੱਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ, ਜਸਵੀਰ ਸਿੰਘ ਭੱਟੀ ਹੋਰੀ ਟਿੱਪਣੀਆਂ ਕਰਦੇ ਨੇ, ਤੁਹਾਡੇ ਨਾਲ ਰੂਬਰੂ ਹੁੰਦੇ ਨੇ। ਇਸ ਤੋਂ ਪਹਿਲਾਂ ਕਿ ਆਪਾਂ ਗੱਲਬਾਤ ਅੱਗੇ ਤੋਰੀਏ, ਤੁਹਾਡਾ ਬੱਚਾ ਜੇਕਰ ਅਮਰੀਕਾ ਦੇ ਵਿੱਚ ਰਾਹ 'ਚ ਹੈ ਜਾਂ ਪਹੁੰਚਣ ਵਾਲਾ ਜਾਂ ਫਿਰ ਮੈਕਸੀਕੋ ਪਹੁੰਚ ਗਿਆ, ਪਹਿਲਾਂ ਹੀ ਵਕੀਲ ਦਾ ਇੰਤਜ਼ਾਮ ਕਰਨਾ। ਤਾਂ ਅਮਰੀਕਾ ਦੀ ਮਸ਼ਹੂਰ ਲਾ ਫਰਮ ਗੈਲ ਐਂਡ ਗੈਲ ਦੇ ਸੀਨੀਅਰ ਅਟਾਰਨੀ ਐਮੀ ਗਿੱਲ ਹੋਰੀ ਜਿਹੜੇ ਲਗਾਤਾਰ 1987 ਤੋਂ ਹਜ਼ਾਰਾਂ ਸਿੱਖਾਂ ਨੂੰ ਉੱਥੇ ਪੱਕੇ ਕਰਵਾ ਚੁੱਕੇ ਨੇ। ਤੁਸੀਂ ਇਹਨਾਂ ਦਾ ਫੋਨ ਨੰਬਰ ਨੋਟ ਕਰ ਲਓ, ਅਮਰੀਕਾ ਦਾ ਕੋਡ ਲਾ ਲਿਓ +1 ਅਤੇ ਨਿਊਯਾਰਕ ਦੇ ਸਮੇਂ ਮੁਤਾਬਕ ਤੁਸੀਂ ਦਫ਼ਤਰ ਦੇ ਵਿੱਚ ਕਿਸੇ ਵੀ ਸਮੇਂ ਕਾਲ ਕਰ ਸਕਦੇ ਹੋ 212 619 2859 212 619 2859 ਜਾਂ ਫਿਰ WhatsApp ਨੰਬਰ ਨੋਟ ਕਰ ਲਓ ਰਾਜਵੀਰ ਸਿੰਘ ਹੋਰਾਂ ਦਾ, ਜਿਹੜੇ ਕਿ ਲਗਾਤਾਰ ਇਹਨਾਂ ਦੇ ਨਾਲ 24 ਸਾਲਾਂ ਤੋਂ ਜੁੜੇ ਹੋਏ ਨੇ। 24-25 ਸਾਲ ਹੋ ਗਏ ਅਤੇ ਇਮੀਗ੍ਰੇਸ਼ਨ ਦੇ ਬਹੁਤ ਮੰਨੇ ਪ੍ਰਮੰਨੇ ਕੰਸਲਟੈਂਟ ਨੇ। +1 ਇੰਡੀਆ ਦਾ ਕੋਡ ਲਾ ਕੇ 718 612 1188 'ਤੇ ਕਾਲ ਕਰ ਸਕਦੇ ਹੋ। ਨਵਾਂ ਬਿਜ਼ਨਸ ਰਜਿਸਟਰ ਕਰਾਉਣਾ ਜਾਂ ਫਿਰ ਅਕਾਊਂਟਸ ਕਿਸੇ ਤਰ੍ਹਾਂ ਦੀ ਹੋਰ ਤੁਹਾਨੂੰ ਮਦਦ ਚਾਹੀਦੀ ਹੈ ਤਾਂ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਅਤੇ ਲੋਕਪਾਲ ਸਿੰਘ ਸੋਲ ਹੋਰਾਂ ਦੇ ਨਾਲ 2535208886 'ਤੇ ਕਾਲ ਕਰ ਸਕਦੇ ਹੋ। ਇਹਨਾਂ ਦੀ ਲੋਕੇਸ਼ਨ ਹੈ ਜੀ 24915 ਐਵੀਨਿਊ ਕੈਂਟ ਵਾਸ਼ਿੰਗਟਨ ਦੇ ਵਿੱਚ। ਸ਼ਟਲ ਦੀ ਮਸ਼ਹੂਰ ਟਰੱਕਿੰਗ ਕੰਪਨੀ ਜਿਹੜੀ ਓਨਰ ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ, ਚੰਗੇ ਬੋਨਸ ਦੇ ਨਾਲ ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ। ਜਗਦੇਵ ਸੰਧੂ ਹੋਰਾਂ ਦੇ ਨਾਲ 2532666924 ਜਾਂ ਗੁਰਵਿੰਦਰ ਧਾਲੀਵਾਲ ਹੋਰਾਂ ਦੇ ਨਾਲ 2063544060 'ਤੇ ਕਾਲ ਕਰ ਸਕਦੇ ਹੋ। ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਪਿਛਲੀ ਵਾਰ ਵੀ ਆਪਾਂ ਦੇਖਿਆ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਾਂ ਫਿਰ ਸੁਖਬੀਰ ਸਿੰਘ ਬਾਦਲ ਹੋਰੀ ਜਿੱਤੇ ਸੀ ਅਤੇ ਜਾਂ ਫਿਰ ਹਰਸਿਮਰਤ ਕੌਰ ਬਾਦਲ ਜਿੱਤੇ ਸੀ। ਬਾਕੀ ਤਾਂ ਸੂਫੜਾ ਹੀ ਸਾਫ਼ ਹੋ ਗਿਆ ਸੀ। ਹੁਣ ਹੋਰ ਕਿਤੇ ਤਾਂ ਨਹੀਂ ਪਤਾ, ਪਰ ਬਠਿੰਡੇ ਤੋਂ ਜਿਹੜਾ ਹੈਗਾ ਨੌਜਵਾਨ ਐਨਰਜੀ ਨੂੰ ਜਿਹੜਾ ਹੈ ਯੂਟੀਲਾਈਜ਼ ਕਰਨ ਦੇ ਲਈ ਹਰਸਿਮਰਤ ਕੌਰ ਬਾਦਲ ਨੇ ਅੱਜ ਜਿਹੜਾ ਹੈ ਆਗਾਜ਼ ਕਰ ਦਿੱਤਾ, ਤਿਆਰੀਆਂ ਸ਼ੁਰੂ ਕਰ ਦਿੱਤੀਆਂ ਲੋਕ ਸਭਾ ਚੋਣਾਂ ਦੀਆਂ। ਦਾਨੇਵਾਲੀਆ ਸਾਹਿਬ, ਅਸਲ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਅੱਜ ਨਹੀਂ ਤਿਆਰੀਆਂ ਸ਼ੁਰੂ ਕੀਤੀਆਂ, ਤਿਆਰੀਆਂ ਕਈ ਦਿਨਾਂ ਦੀਆਂ ਹੁਣ ਆਪਾਂ ਨੂੰ ਦਿਖਣ ਲੱਗ ਗਈਆਂ ਜੀ। ਅੱਜ ਤਾਂ ਇਕੱਠ ਕੀਤਾ ਨਾ, ਫਿਰ ਇਕੱਠ ਪਹਿਲਾਂ ਵੀ ਹੋ ਚੁੱਕੀ ਹੈ ਜੀ। ਅਸਲ ਦੇ ਵਿੱਚ ਜਿਹੜੀ ਸ਼ੁਰੂਆਤ ਕੀਤੀ ਹੈ ਅਕਾਲੀ ਦਲ ਨੇ ਚੋਣ ਮੁਹਿੰਮ ਦੀ, ਉਹ ਕੀਤੀ ਹੈ ਇਹਨਾਂ ਨੇ ਮਾਨਸਾ ਸਬ ਡਿਵੀਜ਼ਨ 'ਚੋਂ ਜੀ, ਜਾਂ ਮਾਨਸਾ ਜ਼ਿਲ੍ਹੇ 'ਚੋਂ ਕਹਿ ਸਕਦੇ ਹਾਂ। ਸਬ ਡਿਵੀਜ਼ਨ ਤਾਂ ਪੁਰਾਣੀ ਹੁੰਦੀ ਸੀ, ਮੈਂ ਗਲਤ ਕਹਿ ਗਿਆ। ਤੁਹਾਡੇ ਧਿਆਨ 'ਚ ਹੀ ਹੈ ਕਿ ਜਦੋਂ ਹੜ੍ਹ ਆਏ ਹੈ ਅਤੇ ਹੜ੍ਹਾਂ ਦੀ ਸਭ ਤੋਂ ਜ਼ਿਆਦਾ ਮਾਰ ਇਸ ਖਿੱਤੇ ਦੇ ਵਿੱਚ ਜੇ ਕਿਤੇ ਪੈਂਦੀ ਹੈ ਤਾਂ ਉਹ ਮਾਨਸਾ ਜ਼ਿਲ੍ਹੇ 'ਚ ਹੀ ਪੈਂਦੀ ਹੈ। ਬਿਲਕੁਲ ਬਿਲਕੁਲ, ਕਿਉਂਕਿ ਨਾਲ ਹੀ ਉੱਥੇ ਆ ਜਾਂਦੀ ਹੈ ਅਤੇ ਉਹ ਡਾਫ ਲੱਗ ਜਾਂਦੀ ਹੈ ਜੀ। ਤਾਜਪੁਰਾ ਮੇਰਾ ਖਿਆਲ ਉਹ ਹੈਗਾ ਬੰਦ, ਜਿਹੜਾ ਤਾਜਪੁਰ ਵਾਲੇ ਬੰਦ 'ਤੇ ਬਾੜ ਲੱਗ ਜਾਂਦੀ ਹੈ। ਅਤੇ ਉਸ ਵੇਲੇ ਤੋਂ ਤੁਸੀਂ ਇਹ ਦੇਖੋ ਕਿ ਜ਼ਿਆਦਾਤਰ ਜੀ ਜਿਹੜੀ ਸਮੱਗਰੀ, ਰਾਹਤ ਸਮੱਗਰੀ ਹੈ, ਉਹ ਇੱਥੇ ਹੀ ਪਹੁੰਚਾਈ ਗਈ ਸੀ ਅਕਾਲੀ ਦਲ ਵੱਲੋਂ ਜੀ। ਚਾਹੇ ਹਰਸਿਮਰਤ ਕੌਰ ਬਾਦਲ ਸੀ, ਸੁਖਬੀਰ ਸਿੰਘ ਬਾਦਲ ਸੀ, ਇਹਨਾਂ ਨੇ ਦੌਰੇ ਵੀ ਕੀਤੇ, ਕੁਛ ਇਹਨਾਂ ਨੇ ਆਪਣੇ ਕੋਲੋਂ ਨਿੱਜੀ ਤੌਰ ਦੇ ਉੱਤੇ ਤੇਲ ਪਾਣੀ ਵੀ ਭੇਜਿਆ, ਹਰਾ ਚਾਰਾ ਵੀ ਭੇਜਿਆ, ਰਾਸ਼ਨ ਵੀ ਭੇਜਿਆ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਚੇਚੇ ਤੌਰ ਦੇ ਉੱਤੇ ਆ ਕੇ ਇੱਥੇ ਜਿਹੜਾ ਹੈਗਾ ਜਿੰਨਾ ਉਹਨਾਂ ਦਾ ਬਣਦਾ ਸੀ ਉਹਨਾਂ ਨੇ ਯੋਗਦਾਨ ਆਪਦਾ ਪਾਇਆ ਜੀ। ਫਿਰ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖੀਏ ਤਾਂ ਜਿੰਨੇ ਵੀ ਦੁੱਖ ਸੁੱਖ ਲੋਕਾਂ ਦੇ ਘਰਾਂ ਦੇ ਵਿੱਚ ਹੋਏ ਸੀ, ਕਿਤੇ ਕੋਈ ਮਰਗ ਹੋ ਗਈ, ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ, ਉਹਨਾਂ ਸਾਰੇ ਘਰਾਂ ਦੇ ਵਿੱਚ ਹਰਸਿਮਰਤ ਕੌਰ ਬਾਦਲ ਨੇ ਜਾਣਾ ਸ਼ੁਰੂ ਕਰ ਦਿੱਤਾ ਸੀ। ਹੁਣ ਉਹਨਾਂ ਨੇ ਉੱਥੇ ਰੈਲੀਆਂ ਵੀ ਕੀਤੀਆਂ ਜੀ। ਔਰ ਇਹ ਗੱਲ ਤੁਹਾਡੀ ਠੀਕ ਹੈ ਕਿ ਜਿਹੜੀ ਹੈ ਯੂਥ ਐਨਰਜੀ ਹੈ ਉਹਨੂੰ ਇਸਤੇਮਾਲ ਕਰਨ ਵਾਸਤੇ ਇੱਕ ਸਟ੍ਰੈਟਜੀ ਜਿਹੜੀ ਹੈ ਇਹਨਾਂ ਨੇ ਬਣਾਈ ਵੀ ਹੈ। ਬਿਲਕੁਲ, ਕਿਉਂਕਿ ਹੁਣ ਯੂਥ ਬੜਾ ਐਕਟਿਵ ਹੋਇਆ ਹੋਇਆ, ਭਾਵੇਂ ਨਸ਼ਾ ਰੋਕੂ ਕਮੇਟੀਆਂ ਬੜੀਆਂ ਨੇ, ਭਾਵੇਂ ਹੋਰ ਹੈ, ਐਨਰਜੀ ਪੂਰੀ ਜਿਹੜੀ ਆ ਪੀਕ 'ਤੇ ਹੈ ਯੂਥ। ਦੇਖੋ ਮਾਨਸਾ ਦੇ ਮਾਮਲੇ ਦੇ ਵਿੱਚ ਇਹੀ ਗੱਲ ਕਰਦੇ ਹਾਂ, ਮਾਨਸਾ ਦੇ ਵਿੱਚ ਦੋ ਫੈਕਟਰ ਹੈ। ਇੱਕ ਫੈਕਟਰ ਤਾਂ ਸਿੱਧੂ ਮੂਸੇਵਾਲੇ ਦਾ ਜੀ, ਦੂਸਰਾ ਫੈਕਟਰ ਉੱਥੇ ਜਿਹੜਾ ਹੈਗਾ ਪਰਮਿੰਦਰ ਝੋਟੇ ਵਾਲਾ। ਅੱਜ ਸ਼ਾਇਦ ਸ਼ਾਮ ਤੱਕ ਪਰਮਿੰਦਰ ਝੋਟੇ ਨੂੰ ਡਿਸਚਾਰਜ ਵੀ ਕਰਵਾ ਦਿੱਤਾ ਜਾਣਾ, ਪੁਲਿਸ ਵੱਲੋਂ ਕਾਗਜ਼ ਪੱਤਰ ਗਏ ਅੰਦਰ। ਇਹ ਗੱਲ ਕਲੀਅਰ ਹੋ ਗਈ ਹੈ। ਸ਼ਾਮ ਤੱਕ ਮੇਰਾ ਖਿਆਲ ਉਹਦੇ ਆਰਡਰ ਹੋ ਜਾਣਗੇ ਅਤੇ ਅੱਜ ਨਹੀਂ ਤਾਂ ਕੱਲ੍ਹ ਉਹਨੇ ਰਿਹਾ ਹੋ ਜਾਣੇ ਜੀ। ਉੱਥੇ ਜਿਹੜੀ ਹੈਗੀ ਹੈ, ਕਿਉਂਕਿ ਲੋਕ ਭੁੱਲ ਜਾਂਦੇ ਆ ਪੁਰਾਣੀਆਂ ਗੱਲਾਂ। ਸਾਡੇ ਪੰਥ ਬਾਰੇ ਇਹ ਮਸ਼ਹੂਰ ਹੈ ਕਿ ਪੰਥ ਭੁੱਲਣਹਾਰ ਵੀ ਹੈ ਅਤੇ ਬਖਸ਼ਣਹਾਰ ਵੀ ਹੈ। ਠੀਕ ਹੈ, ਜੇ ਨਸ਼ੇ ਦੀ ਆਪਾਂ ਪ੍ਰੋਬਲਮ ਦੇਖੀਏ ਤਾਂ ਅਕਾਲੀ ਦਲ ਵੇਲੇ ਵੀ ਸ਼ੁਰੂ ਹੋਈ ਸੀ, ਕਾਂਗਰਸ ਵੇਲੇ ਵੀ ਪ੍ਰਫੁੱਲਤ ਹੋਈ ਹੈ। ਲੇਕਿਨ ਉਹਨੂੰ ਮਕਾਉਣ ਦਾ ਜਿਹੜਾ ਸੀ ਸਭ ਤੋਂ ਵੱਡਾ ਜੁੰਮਾ ਕਿਹਨੇ ਲਿਆ ਸੀ?
ਆਮ ਆਦਮੀ ਪਾਰਟੀ ਵਾਲੇ ਨੇ। ਤੇ ਆਮ ਆਦਮੀ ਪਾਰਟੀ ਦੇ ਦਿਨਾਂ ਦੇ ਵਿੱਚ ਰਿਕਵਰੀਆਂ ਬਹੁਤ ਵੱਡੀਆਂ ਹੋ ਰਹੀਆਂ। ਆਪਾਂ ਇਹ ਨਹੀਂ ਕਹਿ ਸਕਦੇ ਕੰਮ ਨਹੀਂ ਹੋ ਰਿਹਾ, ਕੰਮ ਹੋ ਰਿਹਾ, ਲੇਕਿਨ ਗ੍ਰਾਸ ਰੂਟ ਲੈਵਲ ਦੇ ਉੱਤੇ ਬਿਮਾਰੀ ਦਾ ਖਾਤਮਾ ਨਹੀਂ ਹੋ ਰਿਹਾ। ਉਹ ਆਪਾਂ ਅਗਲੀ ਖਬਰ 'ਚ ਕਿਤੇ ਡਿਸਕਸ ਕਰਾਂਗੇ ਕਿਉਂ ਨਹੀਂ ਹੋ ਰਿਹਾ। ਪਰ ਉਹਦੇ 'ਚ ਜਿਹੜੇ ਹੈਗਾ ਕਿ ਉਹ ਜਿਹੜੀ ਯੂਥ ਸ਼ਕਤੀ ਹੈ, ਯੂਥ ਸ਼ਕਤੀ ਨੂੰ ਇਸਤੇਮਾਲ ਕਰਨ ਦਾ ਅਕਾਲੀ ਦਲ ਨੂੰ ਇੱਕ ਬਹਾਨਾ ਮਿਲ ਗਿਆ ਤੇ ਇਹ ਉੱਥੇ ਕਰ ਰਹੇ ਹੈ ਜੀ। ਅੱਜ ਇੱਥੇ ਵੀ ਕਰ ਰਹੇ, ਇੱਥੇ ਸ਼ਾਮ ਨੂੰ ਮੇਰਾ ਖਿਆਲ ਵੀ ਲੇਟ ਅੱਜ ਹੋਇਆ ਵੇ ਇਕੱਠ ਹੋਇਆ ਵੇ, ਹੁਣ ਇਸ ਵਕਤ ਇਕੱਠ ਹੋਇਆ ਵੇ, ਭਾਸ਼ਣ ਵਗੈਰਾ ਸ਼ੁਰੂ ਹੋ ਜਾਣਗੇ ਥੋੜੇ ਸਮੇਂ ਤੱਕ, ਬਸ ਹੋ ਗਏ। ਹਾਂਜੀ। ਸੋ ਇਹ ਜਿਹੜਾ ਹੈਗਾ ਇਹਨਾਂ ਨੇ ਇਸ ਤਰ੍ਹਾਂ ਕੀਤਾ ਹੈ। ਇਹਦੇ ਨਾਲ ਆਪਾਂ ਅਗਲੀ ਗੱਲ ਦੇਖੀਏ ਵੀ ਕੱਲ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਸਾਰੇ ਜ਼ਿਲ੍ਹਾ ਜਿਹੜੇ ਤੁਹਾਡੇ ਲੋਕ ਸਭਾ ਹਲਕਿਆਂ ਦੇ ਇੰਚਾਰਜ ਲਾਤੇ ਜੀ, ਇੱਕ ਦੋਵਾਂ ਨੂੰ ਛੱਡ ਕੇ ਸਾਰੇ ਕੈਂਡੀਡੇਟ ਹੀ ਡਿਕਲੇਅਰ ਕਰਤੇ ਸਾਰੇ ਕਰਤੇ। ਹੁਣ ਤੁਸੀਂ ਦੇਖੋ, ਜਿਹੜੀ ਮੈਂ ਤੁਹਾਡੇ ਕੋਲ ਲਿਸਟ ਪੜ੍ਹ ਕੇ ਸੁਣਾਉਣਾ, ਤੁਸੀਂ ਹੈਰਾਨ ਹੋਵੋਗੇ। ਇਹ ਪਹਿਲੀ ਵਾਰ ਹੋਇਆ ਕਿ ਅਕਾਲੀ ਦਲ ਨੇ ਲੋਕ ਸਭਾ ਵਾਸਤੇ ਇੰਚਾਰਜ ਡਿਕਲੇਅਰ ਕਰਤੇ ਜੀ। ਲਓ ਜੀ, ਖਡੂਰ ਸਾਹਿਬ ਤੋਂ ਬਿਕਰਮ ਸਿੰਘ ਮਜੀਠੀਆ, ਅੱਛਾ ਜੀ, ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਹੋ। ਬਠਿੰਡਾ ਦੇ ਇੰਚਾਰਜ ਮੈਡਮ ਹਰਸਿਮਰਤ ਕੌਰ ਬਾਦਲ ਜੀ। ਆਨੰਦਪੁਰ ਸਾਹਿਬ ਦੇ ਪ੍ਰੇਮ ਸਿੰਘ ਚੰਦੂ ਮਾਜਰਾ, ਤਿੰਨੇ ਤਾਂ ਪੱਕੇ ਕੈਂਡੀਡੇਟ ਹੈ, ਠੀਕ ਹੈ। ਅੰਮ੍ਰਿਤਸਰ ਤੋਂ ਅਨਿਲ ਜੋਸ਼ੀ, ਜੇ ਬੀਜੇਪੀ ਨਾਲ ਸਮਝੌਤਾ ਨਹੀਂ ਹੁੰਦਾ ਤੇ ਪੱਕਾ ਹੈ, ਬੀਜੇਪੀ ਚੋਂ ਆਇਆ ਹੋਇਆ ਉਹਨਾਂ ਕੋਲ। ਔਰ ਗੁਰਦਾਸਪੁਰ ਤੋਂ ਗੁਲਜ਼ਾਰ ਸਿੰਘ ਰਣੀਕੇ, ਪਰ ਉਹ ਰਿਜ਼ਰਵ ਨਹੀਂ, ਵੈਸੇ ਪਤਾ ਨਹੀਂ ਕਿਵੇਂ ਰਿਜ਼ਰਵ ਨਹੀਂ, ਜਨਰਲ ਹੈ, ਪਰ ਉੱਥੇ ਕੋਈ ਜਨਰਲ ਵਾਲਾ ਬੰਦਾ ਵੀ ਹੈ ਨਹੀਂ। ਉਹ ਸੁੱਚਾ ਸਿੰਘ ਲਗਾਇਆ, ਉਹਦਾ ਪੰਗਾ ਨਹੀਂ ਲੈਣਾ ਕਿਉਂਕਿ ਉਹ ਬਾਕੀ ਥਾਵਾਂ ਤੇ ਵੀ ਨੁਕਸਾਨ ਕਰ ਸਕਦਾ। ਮੈਨੂੰ ਲੱਗਦਾ ਕੱਲ ਨੂੰ ਫੈਮਿਲੀ ਹੋਈ ਨਾਰਾਜ਼ ਹੈ। ਹਾਂ, ਉਹ ਹੈਗੀ ਨਾਰਾਜ਼ ਹੈ। ਡਾਕਟਰ ਸੁਖਵਿੰਦਰ ਸਿੰਘ ਸੁਖੀ ਜਲੰਧਰ ਤੋਂ, ਉਹਨਾਂ ਨੇ ਪਹਿਲਾਂ ਚੋਣ ਲੜੀ, ਉਹਨਾਂ ਦਾ ਕੰਮ ਹੋਇਆ। ਫਿਰੋਜ਼ਪੁਰ ਤੋਂ ਜਨਮੇਜਾ ਸਿੰਘ ਸੇਖੋਂ ਲਗਭਗ। ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾ ਕਮੇਟੀ ਵਾਲੇ ਜੀ। ਪਰ ਆ ਇੱਕ ਜਿਹੜੀ ਹੈਗੀ ਆ ਗੱਲ, ਜਿਹੜੀ ਤੁਸੀਂ ਗੱਲ ਕਹੀ ਵੀ ਇੱਕ ਥਾਂ ਦੇ ਉੱਤੇ ਰਿਜ਼ਰਵ ਨੂੰ ਜਨਰਲ ਦਾ ਇੰਚਾਰਜ ਲਾਤਾ, ਤੇ ਫਰੀਦਕੋਟ ਦੇ ਜਨਰਲ ਰਿਜ਼ਰਵ ਨੂੰ ਮਲੂਕਾ ਸਾਹਿਬ ਨੂੰ ਇੰਚਾਰਜ ਲਾਤਾ ਉੱਥੇ। ਉਹ ਮੇਰੇ ਖਿਆਲ ਉਹਨਾਂ ਨੂੰ ਡਿਊਟੀ ਬਖਸ਼ੀ ਵੀ ਤੁਸੀਂ ਆਪਦਾ ਕੈਂਡੀਡੇਟ ਲੱਭ ਲਓ, ਜਿਹਨੂੰ ਮਰਜ਼ੀ ਤੁਸੀਂ ਕਰ ਲਓ। ਇੱਕ ਤਾਂ ਇਹ ਗੱਲ ਜਿਹੜੀ ਹੈਗੀ ਇਹ ਆਪਣੇ ਆਪ ਦੇ ਵਿੱਚ ਕਾਫੀ ਵੱਡੀ ਗੱਲ ਹੈ। ਔਰ ਵੱਡੀ ਦੂਜੀ ਗੱਲ ਇਹਦੇ 'ਚ ਇਹ ਹੈ, ਤੁਸੀਂ ਨੋਟ ਕੀਤਾ ਹੋਣਾ ਕਿ ਸੁਖਬੀਰ ਸਿੰਘ ਬਾਦਲ ਕਿਤੇ ਦਾ ਇੰਚਾਰਜ ਨਹੀਂ। ਉਹ ਤਾਂ ਫਿਰ ਘੁੰਮੂਗਾ ਨਹੀਂ। ਇਹ ਮੇਰਾ ਖਿਆਲ ਇਹ ਫਾਈਨਲ ਹੈ ਕਿ ਸੁਖਬੀਰ ਸਿੰਘ ਬਾਦਲ ਲੋਕ ਸਭਾ ਚੋਣ ਨਹੀਂ ਲੜੂਗਾ, ਬੀਬੀ ਲੜੂਗੀ ਚੋਣ। ਉਹਦਾ ਨਾਂ ਲੜਨ ਦਾ ਵੀ ਕਾਰਨ ਇਹ ਹੈ ਕਿ ਜੇ ਪ੍ਰਧਾਨ ਜੀ ਹਾਰ ਗਏ ਤੇ ਫਿਰ ਜਮਾ ਭੰਡਾ ਟਿੱਡਾ ਹੋਣਾ ਔਖਾ ਹੋ ਜਾਊਗਾ। ਅਗਲੀ ਜੇ ਆਪਾਂ ਦੇਖੀ ਤੇ ਹੁਣ ਖਬਰਾਂ ਇਹ ਵੀ ਆ ਰਹੀਆਂ ਵੀ ਭਾਰਤੀ ਜਨਤਾ ਪਾਰਟੀ ਨਾਲ ਅੰਦਰ ਖਾਤੇ ਕੋਈ ਗਿਲਪਿਟ ਹੋ ਰਹੀ ਹੈ, ਕਿਉਂਕਿ ਜਾਖੜ ਸਾਹਿਬ ਦਾ ਬਿਆਨ ਬੜਾ ਮਹੱਤਵਪੂਰਨ ਹੈ ਜੀ। ਜਾਖੜ ਸਾਹਿਬ ਕਹਿੰਦੇ ਮੈਨੂੰ ਤਾਂ ਜੇ ਮੇਰੀ ਪਾਰਟੀ ਨੇ ਨਾ ਪੁੱਛਿਆ ਤੇ ਨਾ ਦੱਸਿਆ ਵੀ ਕਰਨਾ ਕੀ ਹੈ, ਇਹਦਾ ਮਤਲਬ ਅੰਡਰ ਕੰਸੀਡਰੇਸ਼ਨ ਹੈ। ਦੂਜੇ ਪਾਸੇ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੋਣਾ, ਜਦੋਂ ਬੰਬੇ ਦੇ ਵਿੱਚ ਮੀਟਿੰਗ ਹੋਈ ਹੈ, ਮਹਾਰਾਸ਼ਟਰ 'ਚ ਜੀ, ਬੰਬੇ 'ਚ ਮੀਟਿੰਗ ਹੋਈ ਹੈ ਇੰਡੀਆ ਦੀ, ਉਦੋਂ ਦੋ ਧਿਰਾਂ ਨੂੰ ਚੋਗਾ ਪਾਇਆ ਸੀ ਨਤੀਸ਼ ਕੁਮਾਰ ਨੇ। ਹਰਿਆਣੇ 'ਚ ਚੌਟਾਲਾ ਫੈਮਿਲੀ ਔਰ ਪੰਜਾਬ ਦੇ ਵਿੱਚ ਬਾਦਲ ਫੈਮਿਲੀ। ਲੇਕਿਨ ਵਿਰੋਧ ਵੀ ਹੋਇਆ, ਕਿਉਂਕਿ ਪੰਜਾਬ ਦੇ ਵਿੱਚ ਫਿਰ ਇੱਕ ਟਕਰਾਅ ਹੋ ਗਿਆ। ਪਹਿਲਾਂ ਤਾਂ ਅਕਾਲੀ ਦਲ ਦਾ ਤੇ ਆਪਣਾ ਕਾਂਗਰਸ ਦਾ ਤੇ ਆਪ ਵਾਲਿਆਂ ਦੇ ਟਕਰਾਅ ਸੀ, ਤੇ ਹੁਣ ਜੇ ਅਕਾਲੀ ਦਲ ਵਾਲੇ ਵੀ ਵਿੱਚ ਇੰਡੀਆ 'ਚ ਆ ਗਏ ਤਾਂ ਉਹਦੇ ਨਾਲ ਫਿਰ ਆਮ ਆਦਮੀ ਪਾਰਟੀ ਨੇ ਜਮਾ ਬਰਦਾਸ਼ਤ ਨਹੀਂ ਕਰਨਾ। ਉਹ ਕਹਿਣਗੇ ਕੁਛ ਤਾਂ ਸਾਡਾ ਹਿੱਸਾ ਕਾਂਗਰਸ ਵੰਡਾ ਕੇ ਲੈ ਜੂਗੀ, ਅਕਾਲੀ ਦਲ ਵਾਲਿਆਂ ਨੂੰ ਵੀ ਦੇਣਾ ਪਊਗਾ। ਤੇ ਜੇ ਅਕਾਲੀ ਦਲ ਦਾ ਹੋਊਗਾ ਤੇ ਫਿਰ ਨਾਲ ਮਾਇਆਵਤੀ ਵਾਲਾ ਵੀ ਕਰਨਾ ਪਊਗਾ, ਤੇ ਪੱਲੇ ਤਾਂ ਸਾਡੇ ਇੱਕ ਦੋ ਹੀ ਰਹਿ ਗਈਆਂ, ਫਿਰ ਉਹ ਇੱਕ ਦੋ ਰਹਿ ਗਈਆਂ। ਇਸ ਕਰਕੇ ਮਤਲਬ ਕਾਫੀ ਜਿਹੜੀ ਹੈਗੀ ਹੈ ਹਿਲਚੁਲ ਹੈ। ਤਾਂ ਅਲਟੀਮੇਟਲੀ ਜਿਹੜਾ ਲੱਗਦਾ, ਮੈਨੂੰ ਇਹ ਲੱਗਦਾ ਕਿ ਅਲਟੀਮੇਟਲੀ ਵੇਖਣ ਨੂੰ ਤਾਂ ਭਾਵੇਂ ਆਪਾਂ ਨੂੰ ਇਹ ਲੱਗੀ ਜਾਵੇ ਕਿ ਅਕਾਲੀ ਦਲ ਇਕੱਲਾ ਨਿਖੜ ਗਿਆ, ਪਰ ਲੋੜ ਦੋਨਾਂ ਤਰ੍ਹਾਂ ਦੀ ਬਣ ਜਾਣੀ ਹੈ, ਬਣ ਜੂਗੀ। ਜਿਹੜੀ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਜਿਹੜਾ ਇੰਡੀਆ ਦੇ ਰੂਪ ਦੇ ਵਿੱਚ ਜਿਹੜਾ ਹੋਣਾ ਹੈ, ਕਿਉਂਕਿ ਪਹਿਲਾਂ ਤਾਂ ਲੱਤਾਂ ਜੀਆਂ ਮਾਰੀ ਜਾਂਦੇ ਸੀ, ਛੜਾ ਮਾਰੀ ਜਾਂਦੇ ਸੀ। ਵੀ ਬਾਜਵਾ ਸਾਹਿਬ ਵੀ ਕਹਿੰਦੇ ਸੀ, ਰਾਜਾ ਵੜਿੰਗ ਵੀ ਕਹਿੰਦੇ ਸੀ ਸਾਡਾ ਨਹੀਂ ਹੋ ਸਕਦਾ ਇਹਨਾਂ ਨਾਲ, ਅਸੀਂ ਨਹੀਂ ਕਰਦੇ, ਅਸੀਂ ਕਹਿਤਾ ਹਾਈ ਕਮਾਂਡ ਨੂੰ। ਤੇ ਉਧਰਲੇ ਪਾਸਿਓਂ ਥੋੜਾ ਜਿਹਾ ਕਹਿਤਾ ਸੀ ਆਪਣੇ ਨੇ ਹਰਪਾਲ ਸਿੰਘ ਚੀਮਾ ਹੋਰਾਂ ਨੇ ਵੀ ਕੋਈ ਗੱਲ ਨਹੀਂ ਆਪਾਂ ਕਰਾਂਗੇ। ਮਾਨ ਸਾਹਿਬ ਨੇ ਕਹਿਤਾ ਸੀਗਾ ਵੀ ਕੌਣ ਪੁੱਛਦਾ ਹੈ ਅਮਰੂਦਾਂ ਨੂੰ ਮੇਲੇ 'ਚ, ਠੀਕ ਹੈ, ਇਹ ਅਸੀਂ ਜਿਹੜਾ ਹੈਗਾ ਇਹ ਹੋ ਗਿਆ ਸਾਰਾ ਕੁਛ ਕਰਨਾ। ਫਿਰ ਤੁਸੀਂ ਹੋਰ ਦੇਖਿਆ ਹੋਣਾ ਕਿ ਬੀਬੀ ਚੀਮਾ ਸਾਹਿਬ ਨੇ ਕਹਿਤਾ ਕਿ ਇਨ ਦੀ ਲਾਰਜ ਇੰਟਰਸਟ ਆਫ ਦੀ ਕੰਟਰੀ ਜਾਂ ਆਪਣਾ ਲੋਕਤੰਤਰ ਇਹ ਹੋਣਾ ਜ਼ਰੂਰੀ ਹੈ। ਔਰ ਗੱਲਬਾਤ ਲਗਭਗ ਠੀਕ ਹੈ, ਛੋਟੇ ਮੋਟੇ ਮਤਭੇਦ ਹੁੰਦੇ ਹੀ ਹੈ। ਤੇ ਫਿਰ ਬੋਲ ਪਈ ਬੀਬੀ ਅਨਮੋਲ ਗਗਨਮਾਨ ਜੀ, ਉਹ ਕਹਿੰਦੀ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ, 13 ਦੀਆਂ 13 ਲੜਾਂਗੇ। ਮਾਨ ਸਾਹਿਬ ਦੀ ਤਾਂ ਬੜੀ ਬੱਲੇ ਬੱਲੇ ਹੋਈ ਪਈ ਹੈ। ਫਿਰ ਮਾਨ ਸਾਹਿਬ ਵੀ ਆ ਗਏ, ਉਹ ਵੀ ਕਹਿ ਗਏ ਸਾਨੂੰ ਇਲੈਕਸ਼ਨ ਲੜਨੀ ਵੀ ਆਉਂਦੀ ਹੈ, ਜਿੱਤਣੀ ਵੀ ਆਉਂਦੀ ਹੈ, ਤੇ ਸਰਕਾਰ ਚਲਾਉਣੀ ਵੀ ਆਉਂਦੀ ਹੈ। ਇਹ ਗੱਲ ਆ ਗਈ। ਇਹ ਗੱਲਾਂ ਕਰਦਿਆਂ ਤੇ ਵਿੱਚੋਂ ਫਿਰ ਪਤਾ ਲੱਗਿਆ ਵੀ ਹਰੀਸ਼ ਚੌਧਰੀ ਨੂੰ ਫਿਰ ਭੇਜਤਾ ਵੀ ਤੂੰ ਜਾ ਕੇ ਗੱਲ ਕਰ। ਹਰੀਸ਼ ਚੌਧਰੀ ਨੇ ਆ ਕੇ ਫਿਰ ਕਹਿੰਦੇ ਮਿਹਣੇ ਮੂਹਣੇ ਮਾਰੇ। ਅੱਛਾ, ਉਹ ਕਹਿੰਦਾ ਤੁਹਾਡੇ ਨਾਲੋਂ ਤਾਂ ਫਿਰ ਦੋਨਾਂ ਨਾਲੋਂ ਕਹਿੰਦਾ ਸਿੱਧੂ ਚੰਗਾ,
ਕਿਉਂਕਿ ਜਿਹੜੇ ਨਵਜੋਤ ਸਿੱਧੂ ਨੇ ਪਹਿਲਾਂ ਸਭ ਤੋਂ ਜ਼ਿਆਦਾ ਖੌਰੂ ਪਾਇਆ ਸੀ, ਉਹ ਕਹਿੰਦਾ ਭਾਈ ਸਾਹਿਬ ਜਿਹੜੇ ਹੈ ਜਰਨੈਲ ਨੂੰ ਕਦੇ ਸਿਪਾਹੀ ਜਵਾਬ ਨਹੀਂ ਦਿੰਦੇ ਹੁੰਦੇ। ਬਿਲਕੁਲ, ਜੇ ਜਰਨੈਲ ਨੇ ਫੈਸਲਾ ਕਰਨਾ ਹੈ ਲੜਾਈ ਲੜਨੀ ਹੈ ਤਾਂ ਸਿਪਾਹੀ ਤਾਂ ਲੜਦੇ ਹੁੰਦੇ। ਇਸ ਕਰਕੇ ਮੈਂ ਤਾਂ ਇਸ ਗੱਲ ਦੇ ਹੱਕ ਵਿੱਚ ਹਾਂ ਕਿ ਆਪਾਂ ਲੜੀਏ। ਤੇ ਫਿਰ ਤੁਸੀਂ ਦੇਖਿਆ ਹੋਣਾ ਕਿ ਉਹ ਜਿਹੜੇ ਸਿੱਧੂ ਸਾਹਿਬ ਦੇ ਇੱਕ ਐਡਵਾਈਜ਼ਰ ਹੈ ਡੱਲਾ ਸਾਹਿਬ ਜੀ, ਡੱਲਾ ਸਾਹਿਬ ਅੱਜ ਮਤਲਬ ਐ ਕਾਲੀ ਕੀੜੀ ਫਿਰੀ ਜਾਂਦੇ ਸੀ। ਉਹ ਕਹਿੰਦੇ ਜੀ ਬਸ ਜੇ ਇੱਕ ਅੱਧੀ ਬੀਜੇਪੀ ਨੂੰ ਅੱਜ ਤਾਂ ਆ ਜੇ ਤੇ ਬਾਕੀ ਤਾਂ ਕੰਮ ਖਤਮ ਹੀ ਹੈ। ਸਾਰੀ ਆਮ ਆਦਮੀ ਪਾਰਟੀ ਨੇ ਤਾਂ ਹੁੰਜਾ ਫੇਰ ਦੇਣਾ। ਉਹ ਇਹ ਸਾਰੀਆਂ ਗੱਲਾਂ ਬਸ ਤੁਹਾਨੂੰ ਲੱਗਦਾ ਉਹ ਬਰਿੰਦਰ ਸਿੰਘ ਕੀ ਆ ਮੁੰਡਾ ਰੋਪੜ ਵਾਲਾ, ਉਹ ਤੇ ਤੂੰ ਮੈਂ ਵੀ ਹੋ ਗਏ ਇੱਕ ਇਕੱਠ ਤੇ ਗਲਤ ਨੂੰ ਕਹਿੰਦਾ ਗਲਤ ਬੋਲ ਰਿਹਾ ਸੀਗਾ ਸਿੱਧੂ, ਤੇ ਉਹ ਵੀਡੀਓ ਕਾਫੀ ਵਾਇਰਲ ਹੋਈ ਜਾਂਦੀ ਹੈ। ਅੱਛਾ ਚਲੋ ਮੈਂ ਤਾਂ ਮੇਰਾ ਤੰਗੀ ਇਧਰਲੇ ਪਾਸੇ ਸੋਸ਼ਲ ਮੀਡੀਆ ਵਾਲੇ ਪਾਸੇ ਉਹ ਮਤਲਬ ਉਹ ਕਾਫੀ ਜਿਹੜਾ ਚੱਲੀ ਜਾਂਦਾ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਇਹ ਦੇਖੋ ਕਿ ਅਲਟੀਮੇਟਲੀ ਕਿਉਂਕਿ ਇੱਕ ਸੀਟ ਦਾ ਰੌਲਾ ਪਹਿਲਾਂ ਤਾਂ ਸੈਂਟਰ ਇਹਦਾ ਹੁੰਦਾ ਸੀਗਾ ਚਾਹੇ ਕਿਸੇ ਦੀ ਪਰ ਵੀ 13 ਹੀ ਹੈ ਪੰਜਾਬ ਦੀਆਂ, ਪਰ ਕਿਉਂਕਿ ਹੁਣ ਲੜਾਈ ਕੱਲੀ ਸੀਟ ਤੇ ਹੈ, ਇੱਕ ਸੀਟ ਦਾ ਰੌਲਾ ਪੈਣਾ। ਅਲਟੀਮੇਟਲੀ ਅਕਾਲੀ ਦਲ ਦਾ ਤੇ ਬੀਜੇਪੀ ਦਾ ਸਮਝੌਤਾ ਹੋਣਾ ਹੀ ਹੋਣਾ। ਇਹ ਸਮਝੌਤਾ ਹੋਣ ਦੇ ਵਿੱਚ ਜਿਹੜਾ ਹੈਗਾ ਵੱਡਾ ਯੋਗਦਾਨ ਜਿਹੜਾ ਹੋਊਗਾ ਉਹ ਦੋ ਪਰਿਵਾਰਾਂ ਦਾ ਪੈਣਾ। ਵੈਸੇ ਤਾਂ ਹੁਣ ਇਹਨਾਂ ਦਿਨਾਂ 'ਚ ਬੜੀ ਸੋਸ਼ਲ ਮੀਡੀਆ ਤੇ ਰਿਊਮਰ ਚੱਲ ਰਹੀ ਸੀ ਵੀ ਕੈਪਟਨ ਅਮਰਿੰਦਰ ਸਿੰਘ ਦੀ ਸੋਨੀਆ ਗਾਂਧੀ ਨਾਲ ਮੀਟਿੰਗ ਹੋ ਗਈ ਜੀ, ਪਰ ਉਹ ਅਮਰਿੰਦਰ ਸਿੰਘ ਨੇ ਕੱਲ ਖੰਡਨ ਕਰਤਾ। ਉਹ ਕਹਿੰਦਾ ਨਾ ਮੈਂ ਤਾਂ ਜ਼ਿੰਦਗੀ 'ਚ ਜਿਹੜਾ ਫੈਸਲਾ ਲਿਆ ਪਛਾਣ ਤਾਂ ਮੈਂ ਮੁੜਿਆ ਹੀ ਨਹੀਂ। ਉਹ ਤਾਂ ਇਹਦਾ ਅਕਾਲੀ ਕਾਂਗਰਸ ਛੱਡ ਕੇ ਮੁੜਿਆ ਸੀਗੇ ਪਿੱਛੇ, ਨਹੀਂ ਉਹ ਤਾਂ ਉਹਨੇ ਕਿਹਾ ਸੀ ਮੈਂ ਕਾਂਗਰਸ ਪਾਰਟੀ ਬਰਬਾਦ ਕਰ ਦੂੰਗਾ ਜਦੋਂ ਜਲੀਲ ਕਰਕੇ ਹਟਾਇਆ। ਨਹੀਂ ਉਦੋਂ ਪਹਿਲਾਂ ਵੀ ਇੱਕ ਵਾਰੀ ਛੱਡ ਕੇ ਫਿਰ ਨਹੀਂ ਉਹ ਛੱਡਿਆ ਸੀਗਾ ਆਪਰੇਸ਼ਨ ਬਲੂ ਸਟਾਰ ਦੇ ਦੌਰ 'ਚ। ਉਹ ਜਲੀਲ ਨਹੀਂ ਨਾ ਹੋਇਆ ਸੀ, ਉਹਦੇ ਨਾਲ ਤਾਂ ਟੌਰ ਬਣਾ ਲਈ ਸੀ। ਉਹ ਤਾਂ ਫਿਰ ਜਦੋਂ ਜਲੀਲ ਇਧਰ ਬਾਦਲ ਸਾਹਿਬ ਨੇ ਕਰਤਾ ਸੀ 1997 ਵੇਲੇ ਡਿਕਲੇਅਰ ਕਰਕੇ, ਤੇ ਉਹਨੇ ਅਕਾਲੀ ਦਲ ਛੱਡ ਕੇ ਫਿਰ ਉਹ ਉਧਰਲੇ ਪਾਸੇ ਚਲਾ ਗਿਆ ਸੀ ਆਮ ਕਾਂਗਰਸ ਵਾਲੇ ਪਾਸੇ। ਪਰ ਹੁਣ ਉਹ ਕਾਂਗਰਸ ਪਾਰਟੀ ਵਾਲੇ ਪਾਸੇ ਗੱਲ ਬਣਦੀ। ਪਰ ਅਗਲੀ ਗੱਲ ਹੁੰਦੀ ਹੈ ਜਿਹੜੀ ਮੇਰਾ ਪੁਆਇੰਟ ਇਹ ਹੈ ਕਿ ਫਿਰ ਪਟਿਆਲਾ ਨਹੀਂ ਜਿੱਤੀ ਜਾਣੀ। ਪਟਿਆਲਾ ਅਕਾਲੀ ਦਲ ਦਾ ਤਾਂ ਜੇ ਬੀਜੇਪੀ ਦਾ ਸਮਝੌਤਾ ਹੁੰਦਾ ਫਿਰ ਉੱਥੇ ਲੜਾਈ ਬਣਦੀ ਹੈ। ਇਸ ਕਰਕੇ ਕਈ ਕੁਛ ਜਿਹੜਾ ਹੈਗਾ ਨਾ ਉਹ ਹੈ ਇਹਦਾ ਕਰਕੇ ਇਹ ਇਲੈਕਸ਼ਨ ਜਿਹੜੀ ਹੈਗੀ ਹੈ ਬੜੀ ਮਹੱਤਵਪੂਰਨ ਹੈ। ਔਰ ਇਸ ਇਲੈਕਸ਼ਨ ਦੇ ਵਿੱਚ ਜਿਹੜੀ ਜਿਸ ਕਿਸਮ ਦੀ ਤਿਆਰੀ ਹੈ ਹੁਣ ਬਹੁਤ ਸਾਰੇ ਲੋਕ ਕਹਿੰਦੇ ਕਿ ਅਕਾਲੀ ਦਲ ਦਾ ਬੱਟਿਆ ਕੁਛ ਨਹੀਂ ਜਾਣਾ, ਪਰ ਮੇਰਾ ਇਹ ਮੰਨਣਾ ਕਿ ਅਕਾਲੀ ਦਲ ਇੱਕ ਅਜਿਹੀ ਪਾਰਟੀ ਹੈ ਜਿਹਦੇ ਕੋਲੇ ਹਰ ਗਲੀ ਦੇ ਵਿੱਚ ਹਰ ਮਹੱਲੇ ਦੇ ਵਿੱਚ ਉਹਦੀ ਮਸ਼ੀਨਰੀ ਹੈਗੀ ਆ। ਉਹਨਾਂ ਦੇ ਕੋਲੇ ਅੱਜ ਮੈਂ ਯੂਥ ਵਾਲੀ ਗੱਲ ਕਰ ਰਿਹਾ, ਤੁਸੀਂ ਇੰਨਾ ਸੰਕਟ ਪੈਣ ਦੇ ਬਾਵਜੂਦ, ਐਡਾ ਵੱਡਾ ਸੰਕਟ ਪੈਣ ਦੇ ਬਾਵਜੂਦ, ਅਕਾਲੀ ਦਲ ਦਾ ਬੁਰਾ ਹਾਲ ਹੋਣ ਦੇ ਬਾਵਜੂਦ ਤੁਸੀਂ ਇਹ ਦੇਖੋ ਕਿ ਅਕਾਲੀ ਦਲ ਦੇ ਨਾਲੋਂ ਜਿਹੜਾ ਉਹਦਾ ਕਾਡਰ ਟੁੱਟਿਆ ਨਹੀਂ ਜੀ, ਅਜੇ ਵੀ ਕਾਡਰ ਉਹਦੇ ਨਾਲ ਹੈਗਾ ਕਾਡਰ ਹੈਗਾ, ਐਸਜੀਪੀਸੀ ਦੇ ਮੈਂਬਰ ਹੈਗੇ ਆ, ਹੋਰ ਹੈ ਬਹੁਤ ਕੁਝ ਆ ਜੀ। ਦੇਖੋ ਉਹਦੇ ਚ ਦੂਜੀ ਗੱਲ ਵੀ ਹੈ ਨਾ, ਪੈਸਾ ਵੀ ਹੈਗਾ ਤੇ ਪੈਸਾ ਜਿਹੜਾ ਕਾਡਰ ਹੈ, ਕਾਡਰ ਨਾਲ ਕਿਉਂ ਖੜਾ ਹੈ? ਕਿਉਂਕਿ ਕਾਡਰ ਨੂੰ ਕੱਲਾ ਵਰਤਿਆ ਨਹੀਂ ਨਾ ਗਧਿਆਂ ਨੂੰ ਵੀ ਤੁਸੀਂ ਭਾਰਤ ਉਹਨਾਂ ਨੂੰ ਕਿਹਾ ਵੀ 4 ਪੈਸੇ ਵੀ ਕਮਾਓ। ਉਹ ਜਿਹੜੇ ਵੱਡੀਆਂ ਗੱਡੀਆਂ ਲਈ ਫਿਰਦੇ, ਮਾਥਰ ਕੋਲੇ ਸਾਈਕਲ ਨਹੀਂ ਹੁੰਦਾ ਸੀ, ਉਹ ਵੱਡੀਆਂ ਗੱਡੀਆਂ ਲਈ ਹਾਂ ਚੀਕਾਂ ਕਢਾਉਂਦੇ, ਧੂਆਂ ਕਢਾਉਂਦੇ, ਟਾਇਰਾਂ ਦਾ ਥੱਲੇ, ਫਿਰ ਹੇਠਲੇ ਪੱਧਰ ਦੇ ਉੱਤੇ, ਪਿੰਡ ਪੱਧਰ ਦੇ ਉੱਤੇ ਵੀ ਭਾਈ ਤੁਸੀਂ ਆਪਦਾ ਲੰਗਰ ਪਾਣੀ ਦਾ ਪ੍ਰਬੰਧ ਕਰ ਲਓ। ਮੈਨੂੰ ਲੱਗਦਾ ਇੱਕ ਮੌਜੂਦਾ ਪਾਰਟੀ ਦੇ ਵੀ ਬੰਦਿਆਂ ਨੇ ਸ਼ੁਰੂ ਕਰਾਤਾ, ਵੈਸੇ ਕਹਿੰਦੇ ਹੁਣ ਵਰਤਣਾ ਨਾ ਉਹਨਾਂ ਨੇ ਬੰਦਿਆਂ ਨੂੰ, ਇਹ ਆ ਜਾਓ ਲਾਟਰੀਆਂ ਵਾਲੇ ਵਿੱਚੋਂ ਕਈ ਕਹਿੰਦੇ ਮੌਜੂਦਾ ਪਾਰਟੀ ਨਾਲ ਹੀ ਸੰਬੰਧਤ ਨੇ। ਫਿਰ ਉਹ ਤਾਂ ਤੁਹਾਨੂੰ ਪਤਾ ਵੀ ਜਿਹੜੀ ਹੈ ਨਾ ਸੱਤਾ ਦੇ ਦਲਾਲ ਜਿਹੜੇ ਹੁੰਦੇ ਆ ਉਹ ਤਾਂ ਫਿਰ ਸਾਰੇ ਪਾਸੇ ਹੋ ਜਾਂਦੇ। ਇਹ ਤਾਂ ਹੁਣ ਇਹ ਹੈ ਨਾ ਕਿਉਂਕਿ ਜਿੰਨਾ ਮਰਜ਼ੀ ਤੁਸੀਂ ਕਹਿ ਲਓ, ਕਦੇ ਵੀ ਤੁਸੀਂ ਕਾਡਰ ਤੋਂ ਬਗੈਰ ਚੱਲ ਨਹੀਂ ਸਕਦੇ। ਅਜੇ ਤੱਕ ਆਮ ਆਦਮੀ ਪਾਰਟੀ ਵਾਲੇ ਆਪਾਂ ਇਹ ਕਹਿੰਦੇ ਸਰਕਾਰ ਜ਼ਰੂਰ ਬਣ ਗਈ, ਲੇਕਿਨ ਪਾਰਟੀ ਇਹਨਾਂ ਦੀ ਕਾਡਰ ਬੇਸਡ ਪਾਰਟੀ ਹੈ ਨਹੀਂ ਹਾਲੇ ਤੱਕ। ਉਹ ਕਾਡਰ ਜਿਹੜਾ ਹੈਗਾ ਅਤੀ ਜ਼ਰੂਰੀ ਹੈ ਚੱਲਣ ਵਾਸਤੇ। ਸੋ ਕੁੱਲ ਮਿਲਾ ਕੇ ਜਿਹੜਾ ਹੈਗਾ ਮੇਰੇ ਖਿਆਲ ਮੁਤਾਬਕ ਜੋ ਅਕਾਲੀ ਦਲ ਨੇ ਜ਼ੋਰ ਸ਼ੋਰ ਨਾਲ ਤਿਆਰੀਆਂ ਸ਼ੁਰੂ ਕੀਤੀਆਂ ਹੈਗੀਆਂ ਜੀ, ਇਹ ਕਰੋ ਜਾਂ ਮਰੋ ਦੀ ਲੜਾਈ ਲੜ ਰਹੇ। ਤੁਹਾਨੂੰ ਕੀ ਲੱਗਦਾ ਵੀ ਇਸ ਦੇ ਵਿੱਚ ਇੱਕ ਕਲੈਸ਼ ਜਿਹੜਾ ਹੈਗਾ, ਪਰਸਨੈਲਿਟੀ ਕਲੈਸ਼, ਜਿਵੇਂ ਹਰਸਿਮਰਤ ਕੌਰ ਬਾਦਲ ਨੂੰ ਬਹੁਤ ਉਭਾਰਿਆ ਜਾਊਗਾ, ਪਿਛਲੀ ਵਾਰ ਵੀ ਆਮ ਵੀ ਉਭਾਰਿਆ ਜਾਂਦਾ, ਤੁਹਾਨੂੰ ਪਤਾ ਵੀ ਆਪਾਂ ਨੂੰ ਯਾਦ ਸੀਗਾ ਜਦੋਂ ਤੱਕ ਦਮਦਮਾ ਸਾਹਿਬ ਤੋਂ ਨੰਨੀ ਛਾਂ ਦੇ ਤਹਿਤ ਸ਼ੁਰੂਆਤ ਕੀਤੀ, ਤੇ ਮੈਂ ਹੀ ਸਵਾਲ ਕੀਤਾ ਸੀਗਾ ਜੀ, ਮੈਂ ਕਿਹਾ ਵੀ ਇਹ ਕਿਤੇ ਪੋਲਿਟਿਕਸ ਦੀ ਐਂਟਰੀ ਲੈਵਲ ਤਾਂ ਨਹੀਂ? ਉਦੋਂ ਸੁਖਬੀਰ ਸਿੰਘ ਬਾਦਲ ਨੇ ਮਨਾਹੀ ਕਰਤੀ ਸੀ ਵੀ ਨਹੀਂ ਬਿਲਕੁਲ ਨਹੀਂ, ਤੇ ਥੋੜ੍ਹੀ ਦੇਰ ਬਾਅਦ ਹੀ ਫਿਰ ਉਹ ਆ ਗਏ ਸੀ। ਉਹ ਗੱਲ ਇਹ ਹੈ ਨਾ ਵੀ ਉਹ ਮਨਾਹੀ ਤਾਂ ਕਰਤੀ ਸੀ, ਲੇਕਿਨ ਤਾਂ ਲਾਂਚ ਕੀਤਾ ਸੀ ਰਾਜਨੀਤੀ ਦੇ ਵਿੱਚ, ਮੈਡਮ ਨੂੰ ਲਾਂਚ ਕੀਤਾ ਸੀ। ਉਸ ਵੇਲੇ ਉਹਦੇ ਸਰਦਾਰਨੀ ਸੁਰਿੰਦਰ ਕੌਰ ਬਾਦਲ ਵੀ ਨਾਲ ਬੈਠੇ ਸੀ, ਉਹ ਸਾਰਾ ਬੈਠੇ ਸੀ। ਉਹ ਅਸਲ ਦੇ ਵਿੱਚ ਇਹਨਾਂ ਦੀ ਕੁੱਖ ਤੇ ਰੁੱਖ ਦੀ ਗੱਲ ਚੱਲੀ ਸੀ ਨਾ, ਉਦੋਂ ਬੂਟਾ ਪ੍ਰਸ਼ਾਦ ਵੰਡਣਾ ਸ਼ੁਰੂ ਕੀਤਾ ਸੀ। ਉਹ ਪਰਸਨੈਲਿਟੀ ਕਲੈਸ਼ ਵਾਲੀ ਗੱਲ ਹੈਗੀ, ਪਰ ਗੱਲ ਕੀ ਹੈ ਕਿ ਹਰਸਿਮਰਤ ਕੌਰ ਬਾਦਲ ਨੂੰ ਦਾਨੇਲੀਆ ਸਾਹਿਬ ਭਾਵੇਂ ਵਿਚਾਰਧਾਰਕ ਤੌਰ ਤੇ ਕੋਈ ਹੱਕ ਰਾਜੀ ਹੋਵੇ, ਕੋਈ ਨਾ ਹੋਵੇ, ਕੋਈ ਹੱਕ 'ਚ ਹੋਵੇ, ਕੋਈ ਖਿਲਾਫ ਹੋਵੇ, ਇਹ ਗੱਲ ਮੰਨਣੀ ਪੈਣੀ ਹੈ ਕਿ ਹਰਸਿਮਰਤ ਕੌਰ ਬਾਦਲ ਦੀ ਭੱਜ ਨੱਠ ਜਿਹੜੀ ਹੈਗੀ ਹੈ ਪਹਿਲਾਂ ਵਾਲੇ ਪਾਰਲੀਮੈਂਟ ਦੇ ਮੈਂਬਰਾਂ ਨਾਲੋਂ ਕਿਤੇ ਵੱਧ ਹੈ। ਕੰਮ ਜਿਹੜੇ ਉਹਨੇ ਕਰਵਾਏ ਆ ਤੇ ਉਹਨੇ ਜਿੱਤ ਕੇ ਕੰਮ ਕਰਵਾਏ, ਅੜ ਕੇ ਕੰਮ ਕਰਵਾਏ ਆ। ਮਿਸਾਲ ਦੇ ਤੌਰ ਦੇ ਉੱਤੇ ਹੁਣ ਤੁਸੀਂ ਦੇਖੋ ਏਮਜ਼ ਵਾਲਾ ਲੈ ਲਓ, ਏਮਜ਼ ਵਾਲੇ ਮਾਮਲੇ 'ਚ ਮੈਂ ਤੁਹਾਨੂੰ ਮਿਸਾਲ ਦੇ ਦਿੰਦਾ, ਆਪਣੇ ਰਾਮ ਸਿੰਘ ਦੀ ਲੈ ਲਓ। ਰਾਮ ਸਿੰਘ ਦੇ ਜਿਸ ਢੰਗ ਦੀ ਉਹ ਸੱਟ ਵੱਜੀ ਸੀ ਤੇ ਇੱਕ ਦਿਨ ਦੇ ਵਿੱਚ ਹੀ 15-18,000 ਰੁਪਇਆ ਪ੍ਰਾਈਵੇਟ ਡਾਕਟਰ ਕੋਲ ਬਣ ਗਿਆ ਸੀ। ਏਮ 'ਚ ਜਾ ਕੇ ਇਹਨੇ ਸਾਰਾ ਉਹਨੂੰ ਓਵਰਆਲ ਹੀ ਕਰਤਾ, ਠੀਕ ਹੈ, ਓਵਰਆਲ ਸਾਰਾ ਕੁਝ ਕਰ ਦਿੱਤਾ।
ਮੈਂ ਆਪਣੀ ਅੱਖ ਦਾ ਆਪਰੇਸ਼ਨ ਕਰਵਾਇਆ, ਮੈਂ ਉੱਥੇ ਜਾ ਕੇ ਦੇਖਿਆ, ਬਿਲਕੁਲ ਬਹੁਤ ਵਧੀਆ ਮਤਲਬ ਕਰੋਗੇ। ਇਸ ਕਰਕੇ ਏਮਜ਼ ਵਾਲਾ ਉੱਥੇ ਜੇ ਜਾਂਦੇ ਆ ਨਾ, ਉੱਥੇ ਲੋਕ ਗੱਲ ਕਰਦੇ ਆ ਹਰਸਿਮਰਤ ਬਾਦਲ ਦੀ ਵੀ ਹਾਂ ਯਾਰ ਵੀ ਆਹ ਕੁੜੀ ਨੇ ਕੰਮ ਚੰਗਾ ਕੀਤਾ, ਕਿਉਂਕਿ ਤੁਹਾਨੂੰ ਪਤਾ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰੀ ਤਾਂ ਕਪੂਰਥਲੇ ਲੈ ਕੇ ਚੱਲੇ ਸੀ ਏਮਜ਼। ਔਰ ਜੇ ਭੂਗੋਲਿਕ ਪੱਖ ਤੋਂ ਦੇਖੀਏ ਤਾਂ ਇੱਥੇ ਏਮਜ਼ ਜਿਹੜਾ ਬਣਿਆ ਵਾ ਇਹ ਇੱਕ ਨਹੀਂ ਕਈ ਸੀਟਾਂ ਦੇ ਉੱਤੇ ਕੰਮ ਕਰ ਰਿਹਾ। ਇਹ ਤੁਹਾਡਾ ਜਿਹੜਾ ਹੈਗਾ ਇਕੱਲੇ ਪੰਜਾਬ ਦੇ ਹਰਿਆਣਾ ਨੂੰ ਵੀ ਤੇ ਰਾਜਸਥਾਨ ਨੂੰ ਵੀ ਇਫੈਕਟ ਕਰਦਾ। ਦਾਨੇਵਾਲੀਆ ਸਾਹਿਬ ਸਵੇਰੇ ਅਰਲੀ ਇਨ ਦੀ ਮਾਰਨਿੰਗ ਤੁਸੀਂ ਜਾ ਕੇ ਦੇਖੋਗੇ ਕਦੇ ਤਾਂ ਤੁਹਾਨੂੰ ਉੱਥੇ ਬੰਦੇ ਜਿਹੜੇ ਹੈਗੇ ਆ ਰਾਤਾਂ ਨੂੰ ਆ ਕੇ ਬਹਿ ਜਾਂਦੇ ਆ। ਮੈਂ ਕਹਿੰਦੀ ਢਿੱਲੋਂ ਸਾਹਿਬ ਉਹੀ ਜਿਵੇਂ ਟੀਥਿੰਗ ਪ੍ਰੋਬਲਮਸ ਕਹਿ ਦਿੰਦੇ ਨੇ ਕਿ ਜੰਮਦੇ ਬੱਚੇ ਜੋ ਦੰਦ ਨਿਕਲਦੇ ਆ, ਕਿਉਂਕਿ ਇਹ ਉਮੀਦ ਹੀ ਨਹੀਂ ਸੀ ਵੀ ਇੰਨਾ ਰਸ਼ ਪੈ ਜਾਊਗਾ। ਮੈਨੂੰ ਤਾਂ ਲੱਗਦਾ ਦਿੱਲੀ ਵਾਲੇ ਏਮਸ ਤੋਂ ਵੱਧ ਰਸ਼ ਪੈਣ ਲੱਗ ਪਿਆ। ਉਹਦੇ 'ਚ ਗੱਲ ਇੱਕ ਹੋਰ ਹੈ ਕਿ ਦਿੱਲੀ ਦੇ ਏਮਸ ਦੇ ਵਿੱਚ ਜਦੋਂ ਲੋਕਾਂ ਨੂੰ ਸੀਟਾਂ ਨਹੀਂ ਮਿਲਦੀਆਂ, ਜਿਹੜੇ ਡਾਕਟਰਾਂ ਦੇ ਵਕਫ ਹੁੰਦੇ ਆਪਾਂ ਮੇਲ ਮਿਲਾਪ ਹੁੰਦੇ, ਉਹ ਇੱਥੇ ਰੈਫਰ ਕਰਦੇ ਆ। ਕਰੋਨਾ ਵੇਲੇ ਇੱਥੇ ਲੋਕ ਆਏ ਸੀ, ਹੁਣ ਤਾਂ ਸਰਜਰੀ ਤੁਹਾਡੀ ਦਿੱਲੀ ਕਰੋਨਾ ਨੇ ਤਾਂ ਕੀ ਕਹਿੰਦੇ ਬਠਿੰਡੇ ਦੇ ਡਾਕਟਰਾਂ ਦੀ ਭੁੱਖ ਕੱਢਤੀ ਜੀ। ਹਾਂਜੀ ਬਿਲਕੁਲ। ਇੱਥੇ ਤਾਂ ਜਿਨ੍ਹਾਂ ਦੇ ਕਰਜ਼ੇ ਨਹੀਂ ਸੀ ਮੁੜਦੇ ਹੁੰਦੇ ਉਹਨਾਂ ਨੇ ਸਮਝ ਲਓ ਵੀ ਨੇਰੀਆਂ ਠਾਤੀਆਂ ਤੇ ਰੇਟ ਹੀ ਉਹਨਾਂ ਨੇ ਚੱਕੇ ਆ। ਕਰਜ਼ੇ ਕੁਰਜ਼ੇ ਮੋੜ ਕੇ ਸਾਰਾ ਕੁਝ ਉਹ ਤਾਂ ਮਤਲਬ ਜਿਵੇਂ 5 ਸਟਾਰ ਹੋਟਲ ਦਾ ਹੁੰਦਾ ਉਹਦਾ ਮਤਲਬ ਜਿਹੜੇ ਹਸਪਤਾਲ ਹੋਟਲਾਂ 'ਚ ਕਨਵਰਟ ਹੋ ਗਏ ਸੀ। ਬਿਲਕੁਲ ਕਮਾਈ ਹੋਈ ਸੀ ਤਾਂ ਉਹ ਬਹੁਤ ਜ਼ਿਆਦਾ। ਖੈਰ ਕੁੱਲ ਮਿਲਾ ਕੇ ਜਿਹੜੀ ਹੈ ਬਠਿੰਡੇ ਦੀ ਤੇ ਆਪਾਂ ਦੇਖੀਏ ਇੰਟਰਸਟਿੰਗ ਬਣੂਗੀ ਲੜਾਈ। ਤੇ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਸੀਗੀ ਵਿਚਾਲੇ ਜੇ ਵੀ ਨਸ਼ੇ ਦੇ ਜਿਹੜਾ ਹੈਗਾ ਉਹਦੇ ਉੱਤੇ ਬੰਦ ਕਿਉਂ ਨਹੀਂ ਹੁੰਦੇ? ਸਵਾਲੀਆ ਨਿਸ਼ਾਨ ਜਿਹੜੇ ਨੇ, ਇਹ ਸਵਾਲ ਕਿਹਨੇ ਚੁੱਕਿਆ ਵੀ ਇੱਕ ਬੰਦ ਕਿਉਂ ਨਹੀਂ ਹੋ ਸਕਦੇ, ਕੀ ਕਰਨਾ? ਸਿੱਧੂ ਮੂਸੇਵਾਲੇ ਦਾ ਮਰਡਰ ਹੋਏ ਨੂੰ ਸਾਲ ਤੋਂ ਉੱਪਰ ਹੋ ਗਿਆ। ਬਿਲਕੁਲ ਜੀ, ਸਾਲ ਤੋਂ ਕੁਝ ਮਹੀਨੇ ਉੱਪਰ ਸਵਾ ਸਾਲ ਹੋ ਗਿਆ ਜੀ। ਸਵਾ ਸਾਲ ਹੋ ਗਿਆ। ਔਰ ਹਰ ਐਤਵਾਰ ਉਹਦੇ ਜਿਹੜੇ ਸ਼ੁਭ ਚਿੰਤਕ ਹੈ ਉਹ ਆਉਂਦੇ ਹੈ ਜੀ, ਜਿੱਥੇ ਉਹਦਾ ਸੰਸਕਾਰ ਹੋਇਆ ਸੀ ਸਿੱਧੂ ਮੂਸੇਵਾਲੇ ਦਾ, ਉਹਦੀ ਜ਼ਮੀਨ ਦੇ ਵਿੱਚ ਉੱਥੇ ਉਹਦਾ ਬੁੱਤ ਲੱਗਿਆ ਹੋਇਆ। ਪਿਛਲੇ ਦਿਨਾਂ ਦੇ ਵਿੱਚ ਤਾਂ ਜਦੋਂ ਰੱਖੜੀ ਦਾ ਤਿਉਹਾਰ ਹੈ ਉਦੋਂ ਅਸੀਂ ਦੇਖਿਆ ਵੀ ਕੁੜੀਆਂ ਰੋ ਵੀ ਰਹੀਆਂ ਸੀ ਤੇ ਰੱਖੜੀ ਵੀ ਬੰਨ ਰਹੀਆਂ ਸੀ ਜੀ, ਬੁੱਤ ਨੂੰ ਰੱਖੜੀਆਂ ਬੰਨੀਆਂ ਜਾ ਰਹੀਆਂ ਸੀਗੀਆਂ। ਔਰ ਬੜਾ ਉਦੋਂ ਕਿਸੇ ਨੇ ਗੱਲ ਕਹੀ ਸੀਗੀ, ਲੱਖੇ ਸਿਧਾਣੇ ਨਹੀਂ ਕਹੀ ਸੀ, ਤੁਹਾਡੇ ਯਾਦ ਹੋਣਾ ਇੱਥੇ ਜਿਹੜਾ ਮੋੜਾਂ ਵਾਲਾ ਮੁੰਡਾ ਇੱਕ ਜਿਹੜਾ ਸੇਠ ਸੀਗਾ ਜੀ, ਉਹਨੂੰ ਕੋਈ ਗੈਂਗਸਟਰਾਂ ਦਾ ਨਾਂ ਲੈ ਕੇ ਬੰਦਾ ਬਲੈਕਮੇਲ ਕਰਕੇ ਪੈਸੇ ਲੈਂਦਾ ਸੀ, 12 ਲੱਖ ਰੁਪਇਆ ਲੈ ਗਿਆ ਸੀ ਤੇ 5 ਲੱਖ ਰੁਪਇਆ ਹੋਰ ਮੰਗੀ ਜਾਂਦਾ ਸੀ। ਉਹਦੇ ਤੇ ਲੱਖੇ ਨੇ ਉੱਥੇ ਜਾ ਕੇ ਕੀਤੀ ਸੀਗੀ ਪ੍ਰੈਸ ਕਾਨਫਰੰਸ ਉਹਦੀ ਦੁਕਾਨ ਤੇ ਬੈਠ ਕੇ ਜੀ। ਔਰ ਉਹ ਗੱਲ ਉਹਨੇ ਚਲੋ ਲੱਖੇ ਨੇ ਕੁਛ ਵੀ ਉਹਦਾ ਪਾਸਟ ਉਹਨੇ ਗੱਲ ਬੜੀ ਵਧੀਆ ਕਹੀ ਸੀ। ਉਹ ਕਹਿੰਦਾ ਵੀ ਹੁਣ ਤੁਸੀਂ ਦੇਖੋ ਕਿ ਸਿੱਧੂ ਮੂਸੇਵਾਲੇ ਨੂੰ ਜਦੋਂ ਸਿਕਿਉਰਿਟੀ ਚਾਹੀਦੀ ਸੀ ਉਦੋਂ ਸਿਕਿਉਰਿਟੀ ਤੁਹਾਨੂੰ ਦਿੱਤੀ ਨਹੀਂ, ਉਹਦੀ ਸਿਕਿਉਰਿਟੀ ਵਿਡਰਾ ਕੀਤੀ ਗਈ, ਘਟਾਈ ਗਈ ਤੇ ਫਿਰ ਉਹ ਜੱਗ ਜ਼ਾਹਰ ਵੀ ਕੀਤੀ ਗਈ। ਲੇਕਿਨ ਜਦੋਂ ਉਹ ਮਰ ਗਿਆ ਉਹਦੇ ਬੁੱਤ ਦੇ ਉੱਤੇ ਪਹਿਰੇ ਲੱਗੇ ਹੋਏ ਤੇ ਉਹਦੇ ਪਿੰਡ ਦੇ ਵਿੱਚ ਪੁਲਿਸ ਤੁਰੀ ਫਿਰਦੀ ਹੈ, ਉਹਦੇ ਮਾਂ ਪਿਓ ਦੇ ਨਾਲ ਪੁਲਿਸ ਤੁਰੀ ਫਿਰਦੀ ਹੈ। ਕਹਿੰਦਾ ਜਿੱਦੇ ਆ ਮੁੰਡਾ ਮਰ ਗਿਆ ਇਹਨੂੰ ਗੈਂਗਸਟਰਾਂ ਨੇ ਮਾਰਤਾ, ਉਹਦੇ ਕਹਿੰਦਾ ਵੀ ਇਹਦੀ ਦੁਕਾਨ ਦੇ ਉੱਤੇ ਪਹਿਰਾ ਜ਼ਰੂਰ ਲੱਗ ਜੂ। ਤੇ ਹੁਣ ਉਹਨਾਂ ਨੂੰ ਤੇ ਉਹਦਾ ਅਸਰ ਹੋਇਆ ਸੀ, ਫਿਰ ਉਹ FIR ਵੀ ਦਰਜ ਹੋਈ ਸੀ। ਸੋ ਇਸ ਕਰਕੇ ਹਰ ਐਤਵਾਰ ਜਿਹੜਾ ਉੱਥੇ ਇਕੱਠ ਹੁੰਦਾ ਤੇ ਉਸ ਇਕੱਠ ਨੂੰ ਬਲਕੌਰ ਸਿੰਘ ਜਾਂ ਚਰਨ ਕੌਰ ਸਿੱਧੂ ਦੇ ਮਾਂ-ਬਾਪ ਸੰਬੋਧਨ ਕਰਦੇ ਆ। ਕੱਲ ਵੈਸੇ ਵੀ ਜਿਹੜਾ ਬੰਦਾ ਦੁਖੀ ਹੁੰਦਾ, ਪੀੜਿਤ ਹੁੰਦਾ, ਨੌਜਵਾਨ ਪੁੱਤ ਦੀ ਮੌਤ ਹੋਈ ਹੋਵੇ ਤੇ ਤੁਹਾਨੂੰ ਪਤਾ ਵੀ ਉਹ ਬੰਦਾ ਬਹੁਤ ਜ਼ਿਆਦਾ ਅੱਕਿਆ ਤਾਂ ਹੁੰਦਾ ਹੈ, ਅੰਬਿਆ ਵੀ ਪਰ ਕੱਲ ਉਹਨੇ ਇੱਕ ਸਿਧਾਂਤਕ ਗੱਲ ਕੀਤੀ। ਉਹ ਕਹਿੰਦਾ ਵੀ ਨਸ਼ਿਆਂ ਦੀ ਜਿਹੜੀ ਇਸ ਵੇਲੇ ਅਲਾਮਤ ਹੈ ਬਹੁਤ ਵਿਕਰਾਲ ਰੂਪ ਧਾਰਨ ਕਰ ਚੁੱਕੀ। ਇਹਨੂੰ ਖਤਮ ਕਰਨ ਦੀਆਂ ਗੱਲਾਂ ਸਰਕਾਰ ਕਰਦੀ ਹੈ, ਲੇਕਿਨ ਇਹ ਉਦੋਂ ਤੱਕ ਖਤਮ ਨਹੀਂ ਹੁੰਦਾ ਜਿੰਨੀ ਦੇਰ ਤੱਕ ਗੈਂਗਸਟਰਵਾਦ ਖਤਮ ਨਹੀਂ ਹੋ ਸਕਦਾ। ਇਹ ਦਾਨੇਵਾਲੀਆ ਸਾਹਿਬ ਹੁਣ ਤੁਹਾਨੂੰ ਪਤਾ ਹੈ ਕਿ ਜਿਹੜੇ ਜੇ ਆਪਾਂ ਗੈਂਗਸਟਰਾਂ ਦੀ ਗੱਲ ਕਹਿ ਦਈਏ, ਦੇਸ਼ ਵਿਰੋਧੀ ਤਾਕਤਾਂ ਦੀ ਗੱਲ ਕਹਿ ਦਈਏ, ਉਹਨਾਂ ਲੋਕਾਂ ਨੂੰ ਜਿਹੜੇ ਲੋਕ ਫੀਡ ਕਰਦੇ ਆ, ਖਾਸ ਕਰਕੇ ਗੁਆਂਢੀ ਦੇਸ਼ ਜਾਂ ਕੌਮਾਂਤਰੀ ਏਜੰਸੀਆਂ, ਉਹ ਬਹੁਤ ਸਾਰੇ ਲੋਕਾਂ ਨੂੰ ਤਾਂ ਇਹ ਨਾ ਵੀ ਕਿਤੇ ਉਹਨਾਂ ਨੂੰ ਪੈਸੇ ਨਹੀਂ ਦਿੰਦੇ, ਉਹਨਾਂ ਨੂੰ ਇਹੋ ਜਿਹਾ ਕਾਰੋਬਾਰ ਜਿਹੜਾ ਹੈਗਾ ਉਹ ਦੇ ਦਿੱਤਾ ਜਾਂਦਾ ਹੈ। ਪਿਛਲੇ ਸਮੇਂ ਦੇ ਵਿੱਚ ਵੀ ਆਪਾਂ ਦੇਖੀ ਵੀ ਜਦੋਂ ਜਿਹੜੇ ਬੰਦੇ ਜੇਲ੍ਹਾਂ ਦੇ ਵਿੱਚ ਆ, ਕੁੰਵਰ ਵਿਜੇ ਪ੍ਰਤਾਪ ਸਿੰਘ ਜਦੋਂ ਓਪੂ ਦੇ ਇੰਚਾਰਜ ਹੁੰਦੇ ਸੀ, ਉਦੋਂ ਇਹਨਾਂ ਨੇ ਕਿਹਾ ਸੀਗਾ ਜੀ ਵੀ ਬਹੁਤ ਵੱਡੇ ਪੱਧਰ ਤੇ ਜੇਲ੍ਹਾਂ ਦੇ ਵਿੱਚੋਂ ਵੀ ਇਹ ਕੰਮ ਚੱਲ ਰਿਹਾ ਹੈ ਜੀ। ਇੱਕ ਹੋਰ ਹੁੰਦੇ ਸੀ ADGP ਰਿਟਾਇਰ ਹੋਏ ਆ, ਜੇਲ੍ਹਾਂ ਦੇ ਇੰਚਾਰਜ ਸੀ ਸ਼ਸ਼ੀਕਾਂਤ ਹੋਰਾਂ ਨੇ ਇੱਕ ਲਿਸਟ ਦਿੱਤੀ ਸੀ ਕਿ ਕੌਣ ਬੰਦੇ ਜਿਹੜੇ ਹੈਗੇ ਆਪਰੇਟ ਕਰਦੇ ਆ ਜੀ। ਜੱਗੂ ਭਗਵਾਨਪੁਰੀਏ ਦਾ ਨਾਂ ਵੀ ਆਉਣ ਲੱਗ ਗਿਆ ਸੀ ਇਸ ਗੱਲ ਦੇ ਵਿੱਚ ਕਿ ਆ ਜਿਹੜੀਆਂ ਤੁਹਾਡੀਆਂ ਕੀ ਉਹ ਕਬੱਡੀ ਉਹਦੇ ਵਿੱਚ ਕਬੱਡੀ ਦੇ ਵਿੱਚ ਵੀ ਉਹਦਾ ਯੋਗਦਾਨ ਹੈ, ਕਿਸੇ ਦਾ ਕਿਸੇ ਚ। ਲੇਕਿਨ ਨਸ਼ਿਆਂ ਵਾਲੇ ਕਾਰੋਬਾਰ ਦੇ ਵਿੱਚ ਦਾਨੇਵਾਲੀਆ ਸਾਹਿਬ ਵਿੱਚ ਕੋਈ ਸ਼ੱਕ ਨਹੀਂ ਕਿ ਗੈਂਗਸਟਰਾਂ ਨੂੰ ਜਿਹੜੀ ਆ ਸਪੋਰਟ ਮਿਲਦੀ ਹੈ ਬਾਹਰੋਂ, ਜਿਹੜੇ ਆ ਡਰੋਨਾਂ ਦੇ ਰਾਹੀਂ ਆਉਂਦਾ ਨਾ, ਬਿਲਕੁਲ ਨਾਲ ਹਥਿਆਰ ਵੀ ਆਉਂਦੇ, ਇਹੀ ਹਥਿਆਰ ਆਉਂਦੇ ਤੇ ਨਾਲ ਉਹ ਵੀ ਆਉਂਦਾ। ਇਹ ਉਸ ਵੇਲੇ ਵੀ ਜਦੋਂ ਪੰਜਾਬ ਦਾ ਮਾਹੌਲ ਖਰਾਬ ਹੋਇਆ ਸੀ ਉਦੋਂ ਵੀ ਆਈ ਆਉਂਦਾ। ਉਦੋਂ ਜੇ ਮੇਰਾ ਖਿਆਲ ਵੀ ਖਾੜਕੂ ਨੂੰ ਉਦੋਂ ਆ ਨਹੀਂ ਨਾ ਹੁੰਦੇ ਸੀ, ਡਰੋਨ ਨਹੀਂ ਹੁੰਦੇ ਤਾਂ ਘੋੜੀਆਂ ਆ ਗਈਆਂ ਤੇ ਸਿੱਧਾ ਹੀ ਆ ਜਾਂਦਾ। ਚਲੋ ਤਾਂ ਸਮੇਂ ਦੇ ਨਾਲ ਜਿਵੇਂ ਟੈਕਨੀਕ ਵੱਧਦੀ ਜਾਂਦੀ ਹੈ, ਉਦੋਂ ਨਾਲ ਤੁਸੀਂ ਦੇਖੋ ਵੀ ਤੱਕ ਜਿਹੜੇ ਪਿਓਰ ਖਾੜਕੂ ਸੀ, ਜਿਹੜੇ ਵਿਚਾਰਧਾਰਕ ਲੜਾਈ ਲੜਦੇ ਸੀ, ਉਹਨਾਂ ਨੂੰ ਤੇ ਉਹਨਾਂ ਤੋਂ ਜ਼ਿਆਦਾ ਜਿਹੜੇ ਲੁੱਟਮਾਰ ਵਾਲੇ ਸੀ ਉਹਨਾਂ ਕੋਲੇ ਆ ਜਾਂਦਾ ਸੀ। ਹੁਣ ਉਹੀ ਚੀਜ਼ ਇਹ ਹੈ। ਅਰੇ ਮੈਂ ਉਹਨਾਂ ਦੇ ਨਾਲ ਸਹਿਮਤ ਹਾਂ ਕਿ ਜਿੰਨੀ ਦੇਰ ਤੁਸੀਂ ਗੈਂਗਸਟਰਵਾਦ ਦਾ ਮਤਲਬ ਪ੍ਰਬੰਧ ਨਹੀਂ ਕਰਦੇ, ਇਹਨੂੰ ਪ੍ਰਬੰਧ ਨੂੰ ਕੱਲਾ ਕਹੀ ਨਹੀਂ ਆਪਾਂ ਕਹਿ ਸਕਦੇ ਕਿ ਇਹਨਾਂ ਨੂੰ ਫੜ ਕੇ ਮਾਰ ਦਿਓ ਜੀ।
ਮਾਰ ਕੇ ਕਦੇ ਕੋਈ ਤੁਸੀਂ ਬੀਨਾਸ ਨਹੀਂ ਖਤਮ ਕਰ ਸਕਦੇ। ਵੱਡੀ ਲੋੜ ਗੱਲ ਇਹ ਹੁੰਦੀ ਹੈ ਕਿ ਇਹਦੇ ਕਾਰਨ ਕੀ ਹੈ, ਗੈਂਗਸਟਰਵਾਦ ਪੈਦਾ ਕਿਉਂ ਹੁੰਦਾ ਹੈ। ਅੱਜ ਹੁਣ ਆਪਾਂ ਲਾਰੈਂਸ ਬਿਸ਼ਨੋਈ ਦੀ ਗੱਲ ਕਰ ਲਈਏ, ਲਾਰੈਂਸ ਬਿਸ਼ਨੋਈ ਯੂਥ ਦਾ ਕਿਉਂ ਹੀਰੋ ਹੈ। ਕੁੜੀਆਂ ਤੁਹਾਡੇ ਯਾਦ ਹੋਣਗੀਆਂ, 2 ਕੁੜੀਆਂ ਇੱਥੇ ਆ ਗਈਆਂ ਸੀ ਬਠਿੰਡੇ ਜੇਲ੍ਹ 'ਚ, ਦਿੱਲੀ ਤੋਂ ਚੱਲ ਕੇ ਅਸੀਂ ਮਿਲ ਕੇ ਆਉਣਗੇ। ਹਾਂ, ਉਹਦੇ ਵਿੱਚ ਵੱਡੀ ਗੱਲ ਇਹ ਹੈ ਕਿ ਬੇਰੁਜ਼ਗਾਰੀ ਜਿਹੜੀ ਹੈ ਬਹੁਤ ਵੱਡੇ ਪੱਧਰ ਦੇ ਉੱਤੇ ਫੈਲੀ ਹੋਈ ਹੈ। ਨਸ਼ਿਆਂ ਨਾਲੋਂ ਵੀ ਜ਼ਿਆਦਾ ਜਿਹੜਾ ਨਸ਼ਿਆਂ ਦਾ ਕਾਰੋਬਾਰ ਵੀ ਬੇਰੁਜ਼ਗਾਰੀ ਕਰਕੇ ਬਿਲਕੁਲ ਇਧਰ ਇਹਦੀ ਜਿਹੜੀ ਹੈਗੀ ਹੈ ਕਮਾਈ ਹੁੰਦੀ ਹੈ। ਜਿੰਨੀ ਦੇਰ ਤੱਕ ਸਾਡਾ ਸਿਸਟਮ ਯੂਥ ਦੇ ਰੁਜ਼ਗਾਰ ਦਾ ਪ੍ਰਬੰਧ ਨਹੀਂ ਕਰਦਾ, ਉਨੀ ਦੇਰ ਤੱਕ ਨਾ ਗੈਂਗਸਟਰ ਖਤਮ ਹੋਵੇ ਤੇ ਨਾ ਨਸ਼ਿਆਂ ਦਾ ਖਾਤਮਾ ਹੋਵੇ, ਤੇ ਨਾ ਹੀ ਜੇ ਗੈਂਗਸਟਰਵਾਦ ਰਹੂਗਾ ਤਾਂ ਫਿਰ ਇਹ ਵੀ ਰਹੂਗਾ। ਇਸ ਕਰਕੇ ਜਿਹੜੀ ਗੱਲ ਕਰਦੇ ਹੁਣ, ਜੇ ਉੱਥੇ ਆਪਾਂ ਦੇਖੀਏ, ਜੇ ਆਪਾਂ ਮਾਨਸਾ ਦੀ ਗੱਲ ਕਰਦੇ ਹਾਂ, ਮਾਨਸਾ ਦੇ ਵਿੱਚ ਹੁਣ ਦੂਰੀ ਲੜਾਈ ਹੈ। ਇੱਕ ਰਿਜੈਂਟਮੈਂਟ ਹੈ ਸਰਕਾਰ ਦੇ ਖਿਲਾਫ ਸਿੱਧੂ ਮੂਸੇਵਾਲੇ ਦੇ ਮਰਨ ਦੀ, ਤੇ ਦੂਜੀ ਜਿਹੜੀ ਹੈਗੀ ਹੈ ਰਿਜੈਂਟਮੈਂਟ ਜਿਹੜੀਆਂ ਫੋਰਸਸ ਲੱਗੀਆਂ ਹੋਈਆਂ। ਹੁਣ ਤੁਸੀਂ ਦੇਖੋ ਪ੍ਰਵਿੰਦਰ ਝੋਟੇ ਵਾਲੇ ਮਾਮਲੇ ਦੇ ਵਿੱਚ ਜਿਹੜੀ ਕਾਰ ਝੋਟਾ ਅੱਗੇ ਲੱਗਿਆ ਹੋਇਆ, ਉਹਦੇ ਮਗਰ ਜਿਹੜੀ ਕਾਰਜ ਸ਼ਕਤੀ ਹੈ ਲੋਕਾਂ ਦੀ, ਉਹ ਲੋਕਾਂ ਦੀ ਜਿਹੜੀ ਕਾਰਜ ਸ਼ਕਤੀ ਹੈ, ਕੰਮ ਕਰਨ ਵਾਲੀ ਜਿਹੜੀ ਸ਼ਕਤੀ ਹੈ, ਉਹ ਸ਼ਕਤੀ ਜਿਹੜੀ ਹੈਗੀ ਆ ਉਹ ਵੀ ਫਰਸਟ੍ਰੇਸ਼ਨ ਚੋਂ ਬਿਲਕੁਲ। ਢਿੱਲੋਂ ਸਾਹਿਬ, ਹੁਣ ਫਰਸਟ੍ਰੇਸ਼ਨ ਤਾਂ ਇੰਨੀ ਪੈਦਾ ਹੋ ਗਈ, ਤੁਸੀਂ ਪੱਤਰਕਾਰਤਾ ਕਰਦੇ ਹੋ, ਤੁਹਾਨੂੰ ਸਵਾਲ ਅਗਲਾ ਕਹਿੰਦਾ ਵੀ ਤੂੰ ਆਹ ਕਿਉਂ ਨਹੀਂ ਕਰਦਾਗਾ, ਤੂੰ ਜੇ ਤੁਸੀਂ ਇੱਕ ਟੌਪਿਕ ਚੱਕ ਲੈ ਨਾਲ ਦੇ ਕਹਿੰਗੇ ਤੂੰ ਆਹ ਕਿਉਂ ਨਹੀਂ ਕਰਦਾ, ਤੂੰ ਆਹ ਕਿਉਂ ਨਹੀਂ ਕਰਦਾ। ਮਤਲਬ ਕਿ ਪੱਤਰਕਾਰਾਂ ਦੇ ਉੱਤੇ ਵੀ ਇੰਨਾ ਹੋ ਗਿਆ ਵੀ ਤੁਸੀਂ ਯਾਰ ਹਰੇ ਡਾਂਗ ਚੱਕ ਕੇ ਤੁਰ ਪਓ, ਵੀ ਇੰਨੀ ਜਿਹੜੀ ਉਮੀਦ ਵੱਧ ਗਈ, ਇੰਨੀ ਫਰਸਟ੍ਰੇਸ਼ਨ ਹੋ ਗਈ ਵੀ ਜਿਵੇਂ ਇੱਕ ਤਰ੍ਹਾਂ ਕਹਿੰਦੇ ਕਿ ਬੱਸ ਨਹੀਂ ਚੱਲਦਾ ਹੁੰਦਾ। ਸੋਸ਼ਲ ਮੀਡੀਆ ਤੇ ਤਾਂ ਨਾ ਆਪਦਾ ਗੁੱਸਾ ਭਾਵੇਂ ਫੇਕ ਆਈਡੀਆਂ ਬਣਾ ਕੇ ਕੱਢਣ, ਹੋਰ ਕੱਢਣ, ਪੱਤਰਕਾਰਾਂ ਨੂੰ ਫਜ਼ੂਲ ਚ ਗਾਲਾਂ ਕੱਢੀ ਜਾਣਗੇ। ਜੇ ਇੱਕ ਮੁੱਦਾ ਚੱਕ ਲੈ ਕਹਿਣਗੇ ਹੁਣ ਮੈਂ ਲਾਟਰੀਆਂ ਵਾਲਾ ਚੱਕਾ, ਕਹਿੰਦੇ ਚਿੱਟਾ ਨਹੀਂ ਤੈਨੂੰ ਦੀਂਦਾ, ਜੇ ਚਿੱਟਾ ਚੱਕ ਲੈ ਤਾਂ ਤੈਨੂੰ ਆਹ ਨਹੀਂ ਦੀਂਦਾ, ਜੇ ਚਿੱਟੇ ਤੇ ਗੱਲ ਤੂੰ ਸਰਕਾਰ ਦੇ ਉਲਟ ਨਹੀਂ ਬੋਲਦਾ। ਇਹ ਚੀਜ਼ ਜਿਹੜੀ ਨਵੀਂ ਪੈਦਾ ਹੋ ਗਈ ਨਾ, ਸਥਿਤੀ ਬੜੀ ਹੈਰਾਨੀਜਨਕ ਹੈ। ਇਹ ਸਾਰਾ ਕੁਝ ਫਰਸਟ੍ਰੇਸ਼ਨ ਚੋਂ ਨਿਕਲਦਾ ਨਾ, ਫਰਸਟ੍ਰੇਸ਼ਨ ਦੇ ਵਿੱਚੋਂ ਨਿਕਲਦਾ ਕਿ ਤੁਸੀਂ ਆਹ ਨਹੀਂ ਕਰਦੇ, ਜਿਹਨੂੰ ਚੰਗਾ ਜਿਹੜਾ ਜਿੱਥੋਂ ਪੀੜਤ ਹੁੰਦਾ ਕਹਿੰਦਾ ਆਹ ਗੱਲ ਕਿਉਂ ਨਹੀਂ ਕਰਦੇ। ਹੁਣ ਕਈ 10 ਸਾਲ ਪੁਰਾਣੀ ਖਬਰ ਕਹਿੰਦੇ ਤੁਸੀਂ ਇਹ ਤੇ ਤਾਂ ਕਿਤੇ ਗੱਲ ਨਹੀਂ ਕੀਤੀ। ਦੱਸੋ, ਮੈਂ ਕਿਹਾ ਯਾਰ ਅਸੀਂ ਤਾਂ ਕਰੰਟ ਦੀ ਗੱਲ ਕਰਨੀ ਹੈ। ਜੇ ਅਕਾਲੀਆਂ ਦੇ ਖਿਲਾਫ ਕੋਈ ਗੱਲ ਸੀ, ਅਕਾਲੀਆਂ ਦਾ ਤਾਂ ਕਿਤੇ ਦਾ ਕੰਮ ਭੋਗ ਪੈ ਗਿਆ, ਹੁਣ ਉਹਨਾਂ ਦੀ ਗੱਲ ਪ੍ਰੈਜ਼ੀਡੈਂਟ ਵਾਲਿਆਂ ਦੀ ਕਰਨੀ ਪਈ। ਕੁਐਸਚਨ ਜਿਹੜੇ ਹੁੰਦੇ ਆ, ਸਵਾਲ ਜਿਹੜੇ ਹੁੰਦੇ ਆ, ਉਹ ਸਮੇਂ ਦੀ ਸਰਕਾਰ ਨੂੰ ਹੁੰਦੇ ਆ, ਨਾ ਕਿ ਬੀਤੀ ਨੂੰ ਹੁੰਦੇ ਆ। ਕੱਲ ਨੂੰ ਜੇ ਇਹ ਬੀਤੇ ਚ ਹੋਗੇ ਤੇ ਕੱਲ ਨੂੰ ਸੀ ਇਹਨਾਂ ਦੇ ਹੱਕ ਚ ਖੜੇ ਹੋਵਾਂਗੇ। ਬੰਦੇ ਦੀ ਕੌਣ ਗੱਲ ਕਰਦਾ? ਉਹ ਤਾਂ ਜਿਹੜਾ ਬੰਦਾ ਐਂਟੀ ਐਸਟੈਬਲਿਸ਼ਮੈਂਟ, ਜਿਹੜਾ ਜਰਨਲਿਜ਼ਮ ਹੈ ਉਹ ਐਂਟੀ ਐਸਟੈਬਲਿਸ਼ਮੈਂਟ ਹੁੰਦਾ ਹੈ। ਸੱਤਾ ਤੋਂ ਸਵਾਲ ਪੁੱਛਣੇ, ਉਹਨੇ ਸੱਤਾ ਨੂੰ ਕਟਾਰੇ 'ਚ ਖੜਾ ਕਰਨਾ, ਕਿਉਂਕਿ ਸੱਤਾ ਦੀ ਰਿਸਪੌਂਸਿਬਿਲਿਟੀ ਹੈ। ਜਿਹਦੇ ਕੋਲ ਪਾਵਰ ਹੈ, ਜਿਹਦੇ ਕੋਲ ਸਿਆਸੀ ਪਾਵਰ ਹੈ, ਉਹਦੀ ਰਿਸਪੌਂਸਿਬਿਲਿਟੀ ਹੈ ਕਿ ਉਹ ਸੋਸਾਇਟੀ ਨੂੰ ਠੀਕ ਤਰੀਕੇ ਨਾਲ ਚਲਾਵੇ। ਸੋ ਮੈਂ ਉਹਨਾਂ ਨਾਲ, ਬਲਕਾਰ ਸਿੰਘ ਹੋਰਾਂ ਨਾਲ ਇਸ ਗੱਲ ਦੇ ਵਿੱਚ ਸਹਿਮਤ ਹਾਂ। ਵਾਕਈ ਇਹ ਠੀਕ ਹੈ, ਬਹੁਤ ਵੱਡੀ ਇੱਕ ਪ੍ਰੋਬਲਮ ਹੈ ਜਿਹੜੀ ਤੁਸੀਂ ਨਸ਼ਿਆਂ ਵਾਲੀ ਗੱਲ ਕਰਦੇ ਹੋ। ਕਮੇਟੀਆਂ ਬਣ ਗਈਆਂ ਪਿੰਡਾਂ 'ਚ, ਕਮੇਟੀਆਂ ਦੇ ਵਿੱਚ ਇੱਕ ਨਵੀਂ ਸਮੱਸਿਆ ਖੜੀ ਹੋ ਗਈ। ਮੇਰੇ ਖਿਆਲ ਮੁਤਾਬਕ ਤੁਹਾਡੇ ਕੋਲ ਵੀ ਆਉਂਦੇ ਹੋਣਗੇ, ਆਪਣੇ ਕਲੱਬ ਦੇ ਵਿੱਚ ਰੋਜ਼ 10 ਤਾਂ ਮਤਲਬ ਜਿਹੜੇ ਹੈਗੇ ਬੰਦੇ ਬੁੜੀਆਂ ਆ ਜਾਂਦੇ। ਟੈਲੀਫੋਨਾਂ ਦਾ ਅੰਤ ਹੀ ਕੋਈ ਨਹੀਂ ਵੀ ਦੇਖੋ ਜੀ ਇੱਥੇ ਕਮੇਟੀ ਬਣ ਗਈ। ਕੱਲ ਮੈਨੂੰ ਟੈਲੀਫੋਨ ਆਇਆ ਇੱਕ ਭਗਤੇ ਤੋਂ, ਦੇਖੋ ਜੀ ਕਹਿੰਦੇ ਕਮੇਟੀ ਵਾਲੇ ਤੰਗ ਕਰਦੇ ਸਾਨੂੰ। ਮੈਂ ਕੀ ਗੱਲ ਹੈ, ਕਹਿੰਦੇ ਮੁੰਡਾ ਮਾੜਾ ਮੋਟਾ ਖਾਂਦਾ ਕੁੱਟਦੇ ਆ। ਕਈ ਹੁੰਦੇ ਆ ਵੀ ਜਿਹੜੇ ਆਪ ਖਾਣ ਵਾਲੇ ਹੁੰਦੇ ਆ, ਉਹ ਫਿਰ ਮੂਹਰੇ ਹੋ ਜਾਂਦੇ ਆ ਮੱਲੋ ਮੱਲੀ। ਇਹ ਆਪਾਂ ਖੜਕੂਵਾਦ ਵੇਲੇ ਵੀ ਵੇਖਿਆ ਉਦੋਂ ਵੀ। ਹੁਣ ਕਈ ਨਸ਼ਾ ਛਡਾਊ ਕੇਂਦਰ ਵਾਲੇ ਵੀ ਮੂਹਰੇ ਹੋਏ ਬੈਠੇ, ਸਾਡੇ ਭੇਜੋ ਚੱਕ ਕੇ ਛੇਤੀ। ਹਾਂ, ਉਹ ਵੀ ਹੈ। ਉਹ ਨਸ਼ਾ ਛਡਾਉਣ ਵਾਲੇ ਨੇ, ਇੱਥੇ ਸਾਡੇ ਕੋਲ ਕੇਸ ਆ ਗਿਆ, ਹੋਰ ਆ ਗਿਆ ਸੀ, ਕੋਈ ਆਪਣੇ ਵਾਕਫਕਾਰੀ ਸੀ, ਉਹਨਾਂ ਦਾ ਮੁੰਡਾ ਕਿਤੇ ਮਾੜਾ ਮੋਟਾ ਸੀ, ਉਹ ਕਿਸੇ ਸੈਂਟਰ 'ਚ ਜਮ੍ਹਾਂ ਕਰਵਾਤਾ, ਉਹਨੇ ਕਾਰਕੂਰੀ ਬਕਵਾਤੀ ਸ਼ੇਰ ਨੇ ਉਹਦੀ। ਅੱਛਾ, ਸੈਂਟਰ ਵਾਲੇ ਨੇ ਇਹੋ ਜਿਹਾ ਕੁਛ ਵੀ ਹੋਈ ਜਾਂਦਾ, ਬਹੁਤ ਕੁਛ ਹੋਈ ਜਾਂਦਾ ਜੀ। ਦੇਖੋ ਕਿਤੇ ਵੀ ਲੈ ਲਓ ਢਿੱਲੋਂ ਸਾਹਿਬ, ਇਸ ਕੰਮ ਦੇ ਵਿੱਚ ਬਹੁਤ, ਹੁਣ ਜਿਹੜਾ ਪੋਜ਼ੀਟਿਵ ਲੈ ਕੇ ਚੱਲਦੇ ਆ, ਪੋਜ਼ੀਟਿਵ ਦੇ ਵਿੱਚ ਇਹ ਵੀ ਬੜਾ ਕੁਛ ਆਊਗਾ ਵੀ ਕਿਹੜੇ ਨਾਲ ਸੰਬੰਧ ਆ। ਪਿੰਡਾਂ ਦੇ ਚਿੱਟ ਕੱਪੜੀਏ ਜਿਹੜੇ ਹੈਗੇ ਆ, ਉਹ ਵੀ ਜਾਗਰ ਹੋਈ ਜਾਣਗੇ। ਜੇ ਕੋਈ ਸਫੈਦ ਪੋਸ਼, ਅਗਲਾ ਕਹਿੰਦਾ ਜੀ ਮੈਂ ਤਾਂ ਸਰਪੰਚ ਆ, ਤੇ ਉਹਦੀ ਪਤਾ ਲੱਗ ਜੂਗਾ ਵੀ ਆਹ ਮੋਟਰਸਾਈਕਲ ਵਾਲਾ ਇੱਧਰ ਗਿਆ। ਹੁਣ ਇੱਕ ਵੀਡੀਓ ਵਾਇਰਲ ਹੋਈ ਜਾਂਦੀ ਹੈ ਭਾਈ ਰੂਪੇ ਦੀ, ਉਹ ਕੋਈ ਸਿਆਣਾ ਬੈਣਾ ਬੰਦਾ ਇੱਕ ਧਾਰਮਿਕ ਪਾਰਟੀ ਦਾ, ਉਹ ਪੈਸੇ ਲੈਣ ਜਾਵੜਿਆ ਨਸ਼ੇ ਪੱਤੇ ਵਾਲੇ ਨੇ, ਤੇ ਉਹ ਪੈਸੇ ਲੈ ਕੇ ਗਣੀ ਅੰਦਰੋਂ ਲਈ ਜਾਂਦਾ, ਤੇ ਉਹ ਬੰਦੇ ਨੇ ਅੰਦਰੋਂ ਹੀ ਵਾਇਰਲ ਕਰਤੇ ਵੀ ਆਹ ਜਿਹੜਾ ਨਸ਼ਾ ਛਡਾਉਣ ਵਾਲੇ ਤੁਸੀਂ ਫਿਰਦੇ, ਤੁਹਾਡੇ 'ਚ ਵੀ ਮੇਰੇ ਤੋਂ ਮਹੀਨਾ ਲੈ ਗਿਆ। ਠੀਕ ਆ, ਮਹੀਨੇ ਲੈਣ ਵਾਲੇ ਵੀ ਉਜਾਗਰ ਹੋਈ ਜਾਂਦੇ। ਉਹ ਇੱਕ ਹੋਰ ਵੀਡੀਓ ਤੁਰੀ ਫਿਰਦੀ ਹੈ, ਕਹਿੰਦੇ ਕੋਈ MLA ਦੇ PA ਦੇ ਘਰ ਵਾਲੀ, ਆਹੋ, ਉਹ ਵੀ ਚਾਹੇ ਪਤਾ ਨਹੀਂ ਕੋਈ ਮੇਰਾ ਖਿਆਲ ਉਹ ਦਵਾਈ ਬੂਟੀ ਦਿੰਦੀ ਹੋਣੀ ਹੈ ਕਿਸੇ ਨੂੰ, ਕਹਿੰਦੇ ਪਤਾ ਨਹੀਂ ਹੈ ਕਿ ਨਹੀਂ ਉਹ ਤਾਂ ਕਹਿੰਦੇ ਰੇਡ ਕਰ ਲਈ ਜੀ, ਸਹੀ ਨਿਕਲ ਗਿਆ, ਪਰ ਰੱਬ ਜਾਣੇ ਹੁਣ ਅਗਲਾ ਤਾਂ ਲੈ ਕੇ ਆਇਆ, ਪਰ ਦਵਾਈ ਬੂਟੀ ਵੀ ਨਹੀਂ। ਜੇ ਤੁਸੀਂ ਕਿਸ ਤੋਂ ਪੈਸੇ ਲੈਣੇ, ਮਸਲਨ ਤੁਸੀਂ ਕਿਸੇ ਨਸ਼ੇੜੀ ਤੋਂ ਪੈਸੇ ਲੈਣੇ, ਜੇ ਤੁਹਾਡੇ ਕੋਲ ਬੰਦਾ ਕੋਈ ਮੰਗ ਕੇ ਧਾਰ ਲੈ ਗਿਆ, ਤੁਸੀਂ ਚਲੇ ਗਏ ਤੇ ਤੁਹਾਡੀ ਬਣਾ ਲਈ ਵੀ ਆ ਵੀ ਦਾਨੇ ਵਾਲੀ ਵੀ ਆਇਆ ਸੀ ਮੇਰੇ ਕੋਲ ਪੈਸੇ ਲੈ ਕੇ ਚਲਾ ਗਿਆ। ਇਹਦੇ ਨਾਲ ਮਤਲਬ ਕਈ ਚੰਗੇ ਭਲੇ ਚਿਹਰੇ ਆ ਜਿਹੜੇ ਉਹ ਵੀ ਦਾਗੀ ਹੋ ਜਾਂਦੇ। ਬੜੀਆਂ ਪ੍ਰੋਬਲਮਸ ਇਹਦੇ ਵਿੱਚ, ਬਹੁਤ ਵੱਡੀਆਂ ਪ੍ਰੋਬਲਮਸ ਆ ਗਈ, ਕਿਉਂਕਿ ਇਹਦੇ ਵਿੱਚ ਬਹੁਤ ਕੁਝ ਨਿਕਲੀ ਜਾਂਦਾ, ਬਹੁਤ ਕੁਝ ਨਿਕਲਿਆ। ਫਿਰ ਸਭ ਤੋਂ ਵੱਡੀ ਗੱਲ, ਅੱਜ ਮੈਂ ਖੜਾ ਉੱਥੇ ਇਹੀ ਗੱਲਾਂ ਚੱਲ ਪਈਆਂ ਇੱਕ ਥਾਂ ਤੇ ਬੈਠੇ, ਉਹ ਕਹਿੰਦੇ ਨੌਜਵਾਨ ਜਿਹੜੇ ਹੈਗੇ ਹੋ ਤਾਂ ਗਏ, ਪਰ ਨੌਜਵਾਨਾਂ ਨੂੰ ਪਤਾ ਨਹੀਂ, ਐਵੇਂ ਧੱਕਾ ਕਰੀ ਜਾਂਦੇ, ਪਰਚੇ ਕਰਾ ਲੈਣਗੇ।
ਹਰ ਚੀਜ਼ ਜਿਵੇਂ ਕਹਿੰਦਾ ਇੱਕ ਹੁਣ ਗੱਲ ਕਰ ਅਸੀਂ ਤਲਾਸ਼ੀ ਤੁਸੀਂ ਤਲਾਸ਼ੀ ਕੋਈ ਨਹੀਂ ਲੈ ਸਕਦਾ ਨਹੀਂ ਲੈ ਸਕਦੇ ਬਿਲਕੁਲ। ਉਹ ਜੋ ਡਿਪਟੀ ਕਹਿੰਦਾ ਵੀ ਤੁਸੀਂ ਨਹੀਂ ਲੈ ਸਕਦੇ ਉਹ ਕਹਿੰਦਾ ਕਿਉਂ ਨਹੀਂ ਲੈ ਸਕਦੇ ਅਸੀਂ ਲੈ ਸਕਦੇ ਹਾਂ। ਹੁਣ ਲੈਕ ਆਫ ਅਵੇਅਰਨੈਸ ਲੈ ਲਓ ਧੱਕਾ ਕਿੰਨੀ ਕੁ ਦੇ ਤਾਂ ਫਿਰ ਉਹ ਹੋ ਗਿਆ ਨਾ ਤੁਸੀਂ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਹਾਇਰਾਰਕੀ ਪੈ ਗਈ ਨਹੀਂ ਉਹ ਦਾਨੇ ਵਾਲੀ ਜੀ ਦੋਨੇ ਗੱਲਾਂ ਇਹਦੇ ਨਾਲ ਇੱਕ ਅਗਲੀ ਗੱਲ ਇਹ ਹੈ ਕਿ ਜਦੋਂ ਸਿਸਟਮ ਤੁਹਾਡਾ ਇੰਨਾ ਤਹਿਸ ਨਹਿਸ ਹੋ ਜੇ ਕਿ ਲੋਕ ਆਪਾਂ ਤਾਪੀ ਕਰਨ ਲੱਗ ਜਾਂਦੇ ਫਿਰ ਅਨਸੋਸ਼ਲ ਐਲੀਮੈਂਟ ਵੱਧ ਜਾਂਦਾ ਉਹ ਅਨਸੋਸ਼ਲ ਐਲੀਮੈਂਟ ਜਿਹੜਾ ਵੱਧਦਾ ਫਿਰ ਸਮਾਜ ਵਾਸਤੇ ਇੱਕ ਸਮੱਸਿਆ ਖੜੀ ਹੋ ਜਾਂਦੀ ਹੈ। ਕੁਝ ਲੋਕ ਉਹ ਹੈ ਜਿਹੜੇ ਕਮੇਟੀਆਂ ਦੇ ਵਿੱਚ ਵਾਕਈ ਸੁਹਿਰਦ ਨੇ ਜਿਹੜੇ ਕਹਿੰਦੇ ਪੈਰੇ ਲਾਓ ਸਾਰਾ ਕੁਝ ਕਰੋ ਪਰ ਜਦੋਂ ਇਸ ਕਿਸਮ ਦੀ ਗੱਲ ਹੋ ਜਾਵੇ ਜਿਹਦਾ ਜੀ ਕਰਦੇ ਖਾੜਕੂਬਾਦ ਦੇ ਦੌਰ ਦੇ ਵਿੱਚ ਵੀ ਤਾਂ ਇਹੀ ਹੁੰਦਾ ਸੀ ਮੇਰੇ ਵਰਗਾ ਬੰਦਾ ਉਧਰੋਂ ਦਾ ਸਿਗਰਟ ਪੀਂਦਾ ਹੁੰਦਾ ਸੀਗਾ ਤੇ ਨਾਲ ਦੀ ਨਾਲ ਹੀ ਦਾੜੀ ਵਧਾ ਕੇ ਤੇ ਉੱਤੇ ਬੰਨ ਲੈਂਦਾ ਨੀਲੀ ਪੱਗ ਵੀ ਤਾਂ ਜੀ ਖਾੜਕੂ ਹੈ ਤੇ ਕਿੰਨੇ ਬੰਦੇ ਆਪਾਂ ਦੇਖੇ ਜਿਹੜੇ ਵਿੱਚੋਂ ਜਾਲੀ ਨਿਕਲੇ ਸੀ। ਇਹ ਉੱਥੇ ਜਦੋਂ ਸਿਸਟਮ ਤੁਹਾਡਾ ਸਿਸਟਮ ਚੰਗਾ ਮਾੜਾ ਜਦੋਂ ਸਿਸਟਮ ਕੋਲੈਪਸ ਹੋ ਜੇ ਨਾ ਤੇ ਉਦੋਂ ਫਿਰ ਸਮਾਜ ਵਾਸਤੇ ਪ੍ਰੋਬਲਮ ਜਿਹੜੀ ਹੈ ਉਹ ਖੜੀ ਹੁੰਦੀ ਹੈ। ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ ਤੇ ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ ਤੇ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ। DD15 ਚਲਾਉਂਦੇ ਜਾਂ ਪੈਕਾਰ ਮੈਕਸ ਫੋਰਸ ਕਮਿੰਸ ISX ਵੋਲਵੋ ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ ਤੇਲ ਹੋਰ ओरिजिनल ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ ਕੁਇਕ ਟਰੱਕ ਲਿਊਬ ਟਰੱਕ ਸਰਵਿਸਿੰਗ ਵਾਹ ਭਾਈ ਵਾਹ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW ਕੁਇਕ ਟਰੱਕ ਲਿਊਬ ਖੁਸ਼ ਹੋ ਕੇ ਪਰਤੋਗੇ ਮੰਨ ਲਓ 519-622-0660 519622-0660 QTL because we care. Quick Truck Lube. ਹੁਣ ਰੀਫਰੈਸ਼ ਟਰੈਵਲ ਪਲਾਜ਼ਾ ਮਡੇਰਾ ਵਾਲੇ ਲੋਕਲ ਟਰੱਕ ਵੀਰਾਂ ਨੂੰ ਡੀਜ਼ਲ ਭਰਵਾਉਣ ਤੇ 39 ਸੈਂਟਸ ਪਰ ਗੈਲਨ ਦੀ ਰਿਬੇਟ ਦੇ ਰਹੇ ਹਨ। ਮੰਥ ਦੇ ਅਖੀਰ ਤੇ ਚੈੱਕ ਸਿੱਧਾ ਘਰੇ ਪਹੁੰਚ ਜਾਏਗਾ। 25 ਏਕੜ ਦੇ ਇਸ ਕੰਪਲੈਕਸ 'ਚ ਹਨ ਸਾਫ਼ ਸੁਥਰੇ ਸ਼ਾਵਰ ਟਾਇਰ ਸ਼ਾਪ ਤੇ ਰਿਪੇਅਰ ਸ਼ਾਪ ਵੀ ਜਲਦੀ ਸ਼ੁਰੂ ਹੋਣਗੇ। ਦੇਸੀ ਘਿਓ ਦੇ ਤੜਕੇ ਵਾਲਾ ਪਿਓਰ ਪੰਜਾਬੀ ਵੈਜ ਤੇ ਨਾਨ ਵੈਜ ਖਾਣਾ ਫਿਰ ਕਿਤੇ ਹੋਰ ਕਿਉਂ ਜਾਣਾ। ਰੀਫਰੈਸ਼ ਟਰੈਵਲ ਪਲਾਜ਼ਾ TA ਮਡੇਰਾ ਐਗਜ਼ਿਟ 144 ਹਾਈਵੇ 99 ਕਾਲ ਸਚਿਨ ਮਲਿਕ ਜਾਂ ਰਵੀ ਗਰੇਵਾਲ at 5596477787। ਬਹੁਤ ਜਲਦ ਬੇਕਰਸਫੀਲਡ ਵੀ ਖੁੱਲ ਰਿਹਾ ਹੈ ਇੱਕ ਨਵਾਂ ਪਾਇਲਟ ਟਰੱਕ ਸਟਾਪ 99 ਐਂਡ ਟੈਫਟ ਹਾਈਵੇ ਤੇ। ਭੈਣ ਜੀ ਵਿਆਹ ਲਈ ਕੱਪੜਿਆਂ ਦੀ ਤੇ ਸ਼ਾਪਿੰਗ ਹੋ ਗਈ ਲਾਜਵਾਬ ਪਰ ਜੁਐਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾ ਰਹਿਣਗੇ ਨਹੀਂ ਕਿਉਂਕਿ AC ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ ਔਰਤਾਂ ਮਰਦਾਂ ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ ਜਿੱਥੇ ਹੈ ਕੁੰਦਨ ਸੈਟ ਜੜਾਊ ਸੈਟ ਪੋਲਕੀ ਸੈਟ ਹੀਰੇ ਜੜੇ ਸੈਟ ਲਾਈਟ ਵੇਟ ਨੈਕਲੇਸ ਚੇਨ ਕੜੇ ਚੂੜੀਆਂ ਨਗਾ ਵਾਲੀਆਂ ਸੋਹਣੀਆਂ ਮੁੰਦਰੀਆਂ ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। AC ਜੁਐਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੇਨਿਊ ਸਾਊਥ ਈਸਟ ਕੈਂਟ। ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੋਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲਾਸਟ ਹਿਲਸ। ਫੋਨ ਨੰਬਰ 661 797 2354। ਸੋ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਤੇ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਜਿਹੜੇ ਵੀਰ ਸਾਡੇ ਨਾਲ ਇਸ ਵਕਤ ਫੇਸਬੁੱਕ ਪੇਜ ਅਤੇ YouTube ਚੈਨਲ ਤੇ ਜੁੜੇ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਜੀ ਇਸ ਗੱਲਬਾਤ ਨੂੰ ਪੂਰਾ ਜਿਹੜਾ ਸ਼ੇਅਰ ਕਰੋ। ਢਿੱਲੋਂ ਸਾਹਿਬ ਇੱਕ ਬੜੀ ਹੈਰਾਨੀਜਨਕ ਜੀ ਗੱਲ ਆ ਰਹੀ ਹੈ ਸਾਹਮਣੇ ਜਿਹੜੇ ਪਗੜੀਧਾਰੀ ਸਿੱਖ ਰੂਪ ਵਾਲੇ ਡੇਰੇ ਨੇ ਉਹਨਾਂ ਦੇ ਮੁਖੀ ਨੇ ਉਹਨਾਂ ਨੂੰ ਪਲੂਸਣਾ ਸ਼ੁਰੂ ਕਰ ਦਿੱਤਾ ਹੈ RSS ਨੇ। ਬਿਲਕੁਲ ਦਾਨੇਵਾਲੀਆ ਸਾਹਿਬ ਤੁਹਾਡੇ ਯਾਦ ਹੋਣਾ ਹੈ ਕਿ ਜਦੋਂ 2022 ਦੀਆਂ ਇਲੈਕਸ਼ਨਾਂ ਹੋਈਆਂ ਜੀ ਉਹਨਾਂ ਇਲੈਕਸ਼ਨਾਂ ਤੋਂ ਪਹਿਲਾਂ ਵੀ ਇਹ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆਪਣੇ ਪੈਰਾਂ ਤੇ ਚੋਣ ਲੜਦੀ ਹੈ ਤੇ ਇਹ ਕਿੱਥੋਂ ਆਊ। ਉਸ ਵੇਲੇ ਆ ਗਿਆ ਸੀ ਕਿ ਬਹੁਤ ਸਾਰੇ ਜਿਹੜੇ ਡੇਰੇ ਹੈ ਜੀ ਡੇਰਿਆਂ ਦਾ ਅਸਰ ਤੁਸੀਂ ਦੇਖੋ ਵੱਖ-ਵੱਖ ਥਾਵਾਂ ਦੇ ਉੱਤੇ ਹਰ ਪਾਸੇ ਹੀ ਆਪੋ ਆਪਣਾ ਅਸਰ ਹੈ ਉਹਨਾਂ ਨੂੰ ਇਸਤੇਮਾਲ ਕਰਨਗੇ।
ਲੇਕਿਨ ਉਹ ਟਾਈਮ ਸੀ ਥੋੜਾ, ਜੀ ਉਦੋਂ ਇਹਨਾਂ ਤੋਂ ਅਰੇਂਜਮੈਂਟ ਜਿਵੇਂ ਹੋਣਾ ਹੋਇਆ ਚਾਹੀਦਾ ਨਹੀਂ। ਸੀ ਹੋਇਆ ਨਹੀਂ। ਹੂੰ ਹੁਣ ਤੁਸੀਂ ਦੇਖੋ ਕਿ ਅਚਨਚੇਤ RSS ਦੇ ਚੀਫ ਹੈ ਜਿਹੜੇ ਉਹ ਪੰਜਾਬ ਚ ਆਉਂਦੇ, ਜੀ ਉਹ ਆਉਂਦੇ ਹੈ ਟ੍ਰੇਨ ਤੇ ਚੜ੍ਹ ਕੇ, ਅੱਛਾ ਲੁਧਿਆਣੇ ਆਉਂਦੇ ਹੈ। ਠੀਕ ਹੈ ਲੁਧਿਆਣੇ ਆ ਕੇ ਜਿਹੜਾ ਹੈਗਾ ਇਹਨਾਂ ਦਾ ਇੱਕ RSS ਦਾ ਹੀ ਹੈਗਾ ਕੋਈ ਬਣਿਆ ਹੋਇਆ ਭਵਨ, ਜੀ ਮਾਧਵ ਭਵਨ, ਠੀਕ ਹੈ ਤੇ ਮਾਧਵ ਭਵਨ ਦੇ ਵਿੱਚ ਉਹ ਆ ਕੇ ਰੁਕਦੇ ਹੈ। ਹੂੰ ਉੱਥੇ ਪੂਰਾ ਸਿਕਿਉਰਿਟੀ ਦਾ ਪ੍ਰਬੰਧ ਹੁੰਦਾ ਹੈ, ਜੀ। ਕਿਸੇ ਨੂੰ ਨੇੜੇ ਨਹੀਂ ਆਉਣ ਦਿੱਤਾ ਜਾਂਦਾ ਹੂੰ ਵੀ ਕੋਈ ਵੱਡਾ ਬੰਦਾ ਆਇਆ, ਵੱਡਾ ਬੰਦਾ ਆਇਆ, ਹਾਂਜੀ। ਇਹੋ ਜਿਹੀਆਂ ਗੱਲਾਂ ਚੱਲਦੀਆਂ। ਵੀ ਪਤਾ ਹੀ ਨਹੀਂ ਲੱਗਿਆ ਵੀ ਕੌਣ ਆਇਆ ਹਾਂ, ਕੌਣ। ਸਵੇਰੇ ਇਹ ਪਤਾ ਲੱਗਿਆ ਕਿ ਜਿਹੜਾ RSS ਦਾ ਚੀਫ ਹੈ ਮੋਹਨ ਭਾਗਵਤ, ਹੂੰ ਉਹ ਜਿਹੜਾ ਨਾਮਧਾਰੀ ਭਾਈਚਾਰਾ ਉਹਨਾਂ ਦਾ ਹੈੱਡਕੁਆਟਰ ਹੈ ਭੈਣੀ ਸਾਹਿਬ, ਹਾਂ ਹੈਗਾ ਜੀ। ਤੇ ਉਹ ਭੈਣੀ ਸਾਹਿਬ ਪਹੁੰਚ ਜਾਂਦੇ। ਹੂੰ ਭੈਣੀ ਸਾਹਿਬ ਪਹੁੰਚ ਕੇ ਫਿਰ ਉੱਥੇ ਇੱਕ ਜਿਹੜਾ ਹੈਗਾ ਹੁੰਦਾ ਜੀ ਹੈ ਹਾਂ। ਸਤਿਗੁਰੂ ਪ੍ਰਤਾਪ ਸਿੰਘ ਜੀ ਤੇ ਮਾਤਾ ਭੁਪਿੰਦਰ ਕੌਰ ਸਿਮਰਤੀ ਜੀ ਸਮਾਗਮ ਹੈ ਜਿਹੜਾ ਉਹ ਹੁੰਦਾ ਹੈ, ਜੀ ਤੇ ਉਹਨੂੰ ਉਹ ਸੰਬੋਧਨ ਕਰਦੇ। ਹੂੰ ਸੰਬੋਧਨ ਕਰਕੇ ਫਿਰ ਉਹ ਨਾਂ ਲੈਂਦੇ ਹੈ, ਉਹ ਕਹਿੰਦੇ ਜਿਹੜੀ ਆਜ਼ਾਦੀ ਦੀ ਲੜਾਈ ਹੈ ਹੂੰ ਇਹਦਾ ਮੁੱਢ ਜਿਹੜਾ ਹੈਗਾ ਬਾਬਾ ਰਾਮ ਸਿੰਘ ਨੇ ਬੰਨਿਆ ਸੀ। ਜੀ ਸਤਿਗੁਰੂ ਰਾਮ ਸਿੰਘ ਜਿਹੜੇ ਕੂਕਾ ਜਾਂ ਨਾਮਧਾਰੀ ਹਾਂਜੀ। ਲਹਿਰ ਦੇ ਮਤਲਬ ਬਹੁਤ ਵੱਡੇ ਹੂੰ ਮੇਰੇ ਖਿਆਲ ਫਾਊਂਡਰੀ ਉਹ ਸੀ ਉਹਨਾਂ ਨੇ ਬੰਨਿਆ ਸੀ। ਹੂੰ ਉਹਨਾਂ ਨੇ ਕਹਿੰਦਾ ਜਿਹੜਾ ਵਿਦੇਸ਼ੀ ਵਸਤਾਂ ਦਾ ਬਾਈਕਾਟ ਕੀਤਾ ਸੀ, ਜੀ ਤੇ ਉਸ ਬਾਈਕਾਟ ਤੋਂ ਕਹਿੰਦੇ ਵੀ ਅੰਗਰੇਜ਼ਾਂ ਦੀਆਂ ਚੂੜਾਂ ਹੱਲੀਆਂ ਸੀ, ਤੇ ਡਾਕ ਸਿਸਟਮ ਤਾਂ ਉਹਨਾਂ ਨੇ ਪੈਰਲਲ ਆਪਦਾ ਸ਼ੁਰੂ ਕਰ ਹੀ ਦਿੱਤਾ ਸੀ। ਹੂੰ ਅਗਲੀ ਜਿਹੜੀ ਇਹ ਗੱਲ ਦਾਨੇ ਵਾਲੀ ਸਭ ਹਿਸਟਰੀ ਦੇ ਵਿੱਚ ਵੀ ਆਉਂਦੇ ਆਏ ਵੀ ਜੀ। ਕੂਕਿਆਂ ਨੂੰ ਜਦੋਂ ਫਾਂਸੀ ਲਾਇਆ ਗਿਆ ਸੀਗਾ ਤਾਂ ਕਾਰਨ ਪਤਾ ਕੁਝ ਵੀ ਹੋਵੇ, ਲੇਕਿਨ ਉਹਦਾ ਪ੍ਰਚਾਰ ਪ੍ਰਸਾਰ ਇਸ ਕਰਕੇ ਵੀ ਕੀਤਾ ਗਿਆ ਕਿ ਉਹਨਾਂ ਨੇ ਮਲੇਰਕੋਟਲੇ ਦੇ ਬੁੱਚੜਾਂ ਨਾਲ ਪੰਗਾ ਲਿਆ ਸੀ। ਬਿਲਕੁਲ ਬਿਲਕੁਲ ਠੀਕ ਹੈ, ਉਹਨਾਂ ਨੂੰ ਬੁੱਚੜਾਂ ਦੀ ਵੱਢ ਕੁੱਟ ਕੀਤੀ ਸੀ। ਉਹ ਤੁਸੀਂ ਦੇਖੋ ਆ ਕੇ ਕਿ ਉਹਨਾਂ ਨੇ ਆਪਣੇ ਜਿਹੜੀ ਹੈਗੀ ਕੰਪੇਨ ਦੀ ਸ਼ੁਰੂਆਤ ਕਿੱਥੋਂ ਕੀਤੀ ਜੀ। ਤੇ ਭੈਣੀ ਸਾਹਿਬ ਉਹ ਹੈ ਖੇਤ ਇਲਾਕਾ ਜਾਂ ਉਹ ਜਿਹੜਾ ਹੈੱਡਕੁਆਟਰ ਹੈ ਉਹ ਲੁਧਿਆਣੇ 'ਚ ਉਹ- ਬੜਾ ਇਫੈਕਟਿਵ ਹੈ, ਰਾਮਗੜੀਆਂ 'ਚ ਖਾਸ ਕਰਕੇ। ਉਹ ਤੁਸੀਂ ਨਹੀਂ ਜੀ, ਤੁਸੀਂ ਦੇਖੋ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਉੱਥੇ ਜਾਂਦੇ ਰਹੇ, ਹੂੰ ਬੇਅੰਤ ਸਿੰਘ ਹੋਰੀ ਵੀ ਉੱਥੇ ਜਾਂਦੇ ਰਹੇ, ਹੂੰ ਕੈਪਟਨ ਅਮਰਿੰਦਰ ਸਿੰਘ ਵੀ ਉੱਥੇ ਜਾਂਦੇ ਰਹੇ, ਤੇ ਗਿਆ ਮੇਰਾ ਖਿਆਲ ਚਰਨਜੀਤ ਸਿੰਘ ਚੰਨੀ ਵੀ ਸੀ। ਬਿਲਕੁਲ। ਤੇ ਜੇ ਹੁਣ ਤੱਕ ਕੋਈ ਨਹੀਂ ਗਿਆ ਹੂੰ ਤਾਂ ਉਹ ਭਗਵੰਤ ਸਿੰਘ ਮਾਨ ਮਾਨ ਨਹੀਂ ਗਿਆ। ਹੂੰ ਔਰ RSS ਬੜੀਆਂ ਨਿੱਕੀਆਂ ਗੱਲਾਂ ਨੂੰ ਨੋਟ ਕਰ Note ਰਹੀਆਂ ਕਰ ਰਹੀ ਹੈ। ਇਹਨਾਂ ਗੱਲਾਂ ਨੂੰ ਨੋਟ ਕਰਕੇ ਉਹਨਾਂ ਨੇ ਗੱਲ ਉੱਥੋਂ ਸ਼ੁਰੂ ਕਰਤੀ। ਹੂੰ RSS ਦਾ ਚੀਫ ਆ ਕੇ ਉੱਥੇ ਬੋਲਦਾ ਤੇ ਉਹਨੂੰ ਉੱਥੇ ਜਗ੍ਹਾ ਮਿਲਦੀ ਹੈ ਬੋਲਣ ਵਾਸਤੇ, ਤਾਂ ਆਪਣੇ ਵਿੱਚ ਤਾਂ ਆਪਣੇ ਆਪ ਦੇ ਵਿੱਚ ਆਪਾਂ ਇਹ ਕਹਾਂਗੇ ਜਿਹੜਾ ਫਾਟਕ ਹੈ ਉਹ ਖੁੱਲ ਗਿਆ, ਖੁੱਲ ਗਿਆ। ਫਾਟਕ ਕੋਟਕਪੂਰੇ ਦਾ ਜਿਹੜਾ ਖੁੱਲ ਗਿਆ। ਉਹ ਫਾਟਕ ਖੁੱਲ ਗਿਆ। ਤੇ ਹੁਣ ਇਹ ਤੋਂ ਬਾਅਦ ਹੂੰ ਇਹ ਤੁਸੀਂ ਦੇਖੋ ਕਿ ਜਿਹੜੇ ਪਗੜੀ ਧਾਰੀ ਡੇਰੇਦਾਰ ਹੈ ਜੀ ਉਹ ਕਿੰਨੇ ਹੈ ਵੱਖ-ਵੱਖ ਥਾਵਾਂ ਦੇ ਉੱਤੇ ਤੁਸੀਂ ਦੇਖੋ। ਤੇ ਸਭ ਦਾ ਜੇ ਆਪਾਂ ਦੇਖੀ ਜਿਹੜੀ ਸਾਡੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ ਜੀ ਜਾਂ ਜਿਹੜੀ ਸਿੱਖ ਰਹਿਤ ਮਰਿਆਦਾ ਹੈ ਜੀ ਜਾਂ ਦਰਬਾਰ ਸਾਹਿਬ ਦੇ ਵਿੱਚ ਮਰਿਆਦਾ ਲੱਗੂ, ਇਹਦੇ ਨਾਲੋਂ ਅਲੱਗ-ਅਲੱਗ ਮਰਿਆਦਾ ਚੱਲਦੀ। ਸਾਰੀਆਂ ਅਲੱਗ ਹੈ, ਸਾਰੀਆਂ ਅਲੱਗ ਚੱਲਦੀਆਂ। ਫਿਰ ਤੁਸੀਂ ਹੋਰ ਦੇਖੋ ਕੁਝ ਸੰਸਥਾਵਾਂ ਇਹੋ ਜਿਹੀਆਂ ਆ ਗਈਆਂ ਜਿਨ੍ਹਾਂ ਸੰਸਥਾਵਾਂ ਤੇ ਇਲਜ਼ਾਮ ਬੜੇ ਲੱਗਦੇ ਹੈ। ਮਿਸਾਲ ਦੇ ਤੌਰ ਤੇ ਤੁਸੀਂ ਦੇਖੋ ਕਿ ਸਿੱਖ ਪੰਥ ਦੇ ਵਿੱਚ ਦਮਦਮੀ ਟਕਸਾਲ ਨੂੰ ਲੈ ਕੇ ਵੀ ਮਤਭੇਦ ਹੈ। ਹੈਗੇ ਕੁਝ ਲੋਕ ਤਾਂ ਕਹਿੰਦੇ ਵੀ ਦਮਦਮੀ ਟਕਸਾਲ ਬਹੁਤ ਵਧੀਆ ਤੇ ਕੁਝ ਲੋਕ ਇਹ ਗੱਲ ਕਹਿੰਦੇ ਕਿ ਦਮਦਮੀ ਟਕਸਾਲ ਦੇ ਜਿਹੜੇ ਮੌਜੂਦਾ ਮੁਖੀ ਹੈ ਜੀ ਇਹ ਕਿੰਨਾ ਤਾਕਤਾਂ ਦੇ ਰਾਹੀਂ ਆ ਕੇ ਮੁਖੀ ਬਣੇ। ਬਿਲਕੁਲ ਠੀਕ ਹੈ। ਫਿਰ ਅਗਲੀ ਗੱਲ ਤੁਸੀਂ ਲਓ ਕਿ ਜਦੋਂ ਤ੍ਰੈ ਸ਼ਤਾਬਦੀ ਹੋਈ ਹੈ, ਤ੍ਰੈ ਸ਼ਤਾਬਦੀ ਵੇਲੇ ਲਾਲ ਆਪਣੇ ਅਟਲ ਬਿਹਾਰੀ ਵਾਜਪਾਈ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਬਣੇ। ਸੀ। ਬਿਲਕੁਲ ਹਾਂਜੀ। ਉਸ ਵੇਲੇ ਜਿਹੜੀ ਉਹਨਾਂ ਨੇ ਤ੍ਰੈ ਸ਼ਤਾਬਦੀ ਬਣਾਉਣ ਵਾਸਤੇ ਸਿੱਖ ਭਾਈਚਾਰੇ ਦੀ ਕੁਝ ਮਦਦ ਕੀਤੀ ਸੀ ਤੇ ਉਹ ਵੀ RSS ਦੀ ਜਿਹੜੀ ਰਾਸ਼ਟਰੀ ਸਿੱਖ ਸੰਗਤ ਦੇ ਥਰੂ ਕੀਤੀ, ਉਹਦੇ ਥਰੂ ਕੀਤੀ। ਤੇ ਉਹਨਾਂ ਨੇ ਫਿਰ ਜਿਹੜੇ ਜਿਸ ਕਿਸਮ ਦਾ ਲਿਟਰੇਚਰ ਛਾਪਿਆ ਉਹ ਲਿਟਰੇਚਰ ਜਿਹੜਾ ਹੈਗਾ ਉਹ ਹੱਡਾਂ 'ਚ ਬਹਿ ਗਿਆ। ਸਿੱਖੀ ਜਿਹੜੀ ਹੈਗੀ ਹੈ ਸਪਿਰਿਟ ਉਹਦੇ ਖਿਲਾਫ। ਬਿਲਕੁਲ। ਤੇ ਉਹਨੂੰ ਮਤਲਬ ਦੂਜੇ ਪਾਸੇ ਨੂੰ ਲੈ ਕੇ ਜਾਣ ਵਾਲੀ ਗੱਲ ਉਹ ਆਉਂਦੀ ਹੈ। ਫਿਰ ਤੁਹਾਡੇ ਯਾਦ ਹੋਣਾ ਵੀ ਇੱਕ ਵਾਰੀ ਬੀਬੀ ਜਗੀਰ ਕੌਰ ਪ੍ਰਧਾਨ ਹੁੰਦੀ ਸੀ। ਹਾਂਜੀ। ਤੇ ਉਸ ਵੇਲੇ ਉਹਨਾਂ ਨੇ ਕਿਸੇ ਸਿੰਘ ਸਾਹਿਬ ਨੂੰ ਕੋਈ ਮਾੜਾ ਮੋਟਾ ਮੇਰੇ ਖਿਆਲ ਬਦਲਣ ਵਾਲੀ ਗੱਲ ਕਰ ਲਈ ਤੇ ਸਿੰਘ ਸਾਹਿਬ ਜਾਂਦੇ ਸੀ ਤੇ PCO ਤੋਂ ਉਹਨਾਂ ਨੇ ਇੱਕ ਹੁਕਮਨਾਮਾ ਜਾਰੀ ਕਰਤਾ ਸੀ ਵੀ ਬੀਬੀ ਨੂੰ ਪੰਥ ਚੋਂ ਛੇਕਤਾ। ਹਾਂ ਠੀਕ ਹੈ। ਔਰ ਇਹ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਕਿ ਸਾਡੀਆਂ ਸਿੱਖ ਸੰਸਥਾਵਾਂ ਦੇ ਵਿੱਚ ਵੀ RSS ਦੀ ਸਿੱਧੀ ਦਖਲਅੰਦਾਜ਼ੀ ਹੈਗੀ ਹੈ। ਨਾਨਕਸ਼ਾਹੀ ਕੈਲੰਡਰ ਪਿੱਛੇ ਹੀ ਲੈ ਲਓ। ਨਾਨਕਸ਼ਾਹੀ ਕੈਲੰਡਰ ਪਿੱਛੇ ਦੇਖੋ ਕਿ ਵੱਡਾ ਹੀ ਸਬੂਤ ਪਿਆ ਦੁਨੀਆ ਦਾ। ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਵਾਸਤੇ ਜਾਂ ਪਹਿਲੀ ਗੱਲ ਤਾਂ ਉਹਨੂੰ ਤਿਆਰ ਕਰਨ ਵਾਸਤੇ ਸਰਦਾਰ ਪਾਲ ਸਿੰਘ ਪੁਰੇਵਾਲ ਨੇ ਆਪਣਾ ਸਾਰਾ ਜੀਵਨ ਲਾਤਾ।
ਉਹਨਾਂ ਨੇ ਕਿੰਨੀ ਮਿਹਨਤ ਕਰਕੇ ਬਣਾਇਆ ਤੇ ਉਸ ਜਿਹੜਾ ਹੈਗਾ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕੀਤਾ ਖੁਦ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਦਮਦਮਾ ਸਾਹਿਬ ਤੋਂ ਬਿਲਕੁਲ ਕੀਤਾ ਸੀ ਤੇ ਫਿਰ ਕਿੰਨਾਂ ਤਾਕਤਾਂ ਦੀ ਬਦੌਲਤ ਤੋਂ ਵਾਪਸ ਲਿਆ ਗਿਆ ਤੇ ਹੁਣ ਆਪਾਂ ਨੂੰ ਦੇਖਣ ਦੀ ਲੋੜ ਨਹੀਂ। ਇਸ ਕਰਕੇ ਜਿਹੜੀ ਆਰਐਸਐਸ ਦੀ ਸਰਗਰਮੀ ਹੈ ਨਾ ਪੰਜਾਬ ਦੇ ਵਿੱਚ ਜਿਹੜੀ ਇਹਨਾਂ ਨੇ ਦਖਲਅੰਦਾਜ਼ੀ ਸ਼ੁਰੂ ਕੀਤੀ ਹੈ ਜੀ ਸਿੱਖ ਵੋਟਰਾਂ ਤੱਕ ਪਹੁੰਚਣ ਦੀ ਉਹ ਡੇਰੇਦਾਰਾਂ ਰਾਹੀਂ ਕੀਤੀ। ਡੇਰੇਦਾਰਾਂ ਰਾਹੀਂ ਕੀਤੀ ਬਿਲਕੁਲ। ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਹੋਰ ਦੱਸਦਾ ਕਿ ਨਵੀਂ ਚੱਲ ਰਹੀ ਹੈ ਕੰਪੇਨ ਕਿ ਰਾਮ ਰਹੀਮ ਨੂੰ ਜੀ ਹੁਣ ਆਰਐਸਐਸ ਤੇ ਬੀਜੇਪੀ ਨੇ ਸਮਝ ਲਿਆ ਕਿ ਰਾਮ ਰਹੀਮ ਸਾਡੇ ਕੰਮ ਦੀ ਚੀਜ਼ ਨਹੀਂ ਰਹੀ ਕਿਉਂਕਿ ਰਾਮ ਰਹੀਮ ਜਿੰਨੀ ਦੇਰ ਤੱਕ ਡੇਰਾ ਸੱਚਾ ਸੌਦਾ ਦਾ ਮੁਖੀ ਹੈ ਉਨੀ ਦੇਰ ਤੱਕ ਸਿੱਖ ਭਾਈਚਾਰੇ ਦੇ ਨਾਲ ਨੇੜਤਾ ਨਹੀਂ ਹੋ ਸਕਦੀ ਕਰਨਗੇ ਨੁਕਸਾਨ ਹੋਊਗਾ। ਹਾਂ ਉਹ ਨੁਕਸਾਨ ਹੁੰਦੀ ਹੈ। ਹੁਣ ਉਹਦੇ ਵਿੱਚ ਕਿਉਂਕਿ ਰਾਮ ਰਹੀਮ ਦੀ ਜਿਹੜੇ ਮਤਲਬ ਸੈਕਸ਼ਨ ਦੇ ਵਿੱਚ ਅਸਰ ਹੈ ਉਹ ਜ਼ਿਆਦਾ ਗਰੀਬ ਲੋਕ ਹੈ ਔਰ ਉਹਨਾਂ ਦੀ ਜੇ ਆਪਾਂ ਦੇਖੀਏ ਸਾਂਝ ਤਾਂ ਸਿੱਖੀ ਨਾਲ ਹੈ। ਗਰੀਬ ਘਰਾਂ ਚੋਂ ਆਉਂਦੇ ਹੈ ਤਾਂ ਸਾਰਿਆਂ ਦੇ ਨਾਲ ਸਿੰਘ ਲੱਗਦੇ ਉਹਨਾਂ ਲੋਕਾਂ ਨੂੰ ਹੁਣ ਇਗਨੋਰ ਵੀ ਨਹੀਂ ਕੀਤਾ ਜਾ ਸਕਦਾ। ਵੋਟ ਬੈਂਕ ਵੀ ਹੈ ਪਰ ਇਕੱਲਾ ਉਹ ਵੋਟ ਬੈਂਕ ਨਾਲ ਗੱਡੀ ਨਹੀਂ ਚੱਲਦੀ, ਨਾਲ ਹੋਰ ਵੋਟ ਬੈਂਕ ਵੀ ਚਾਹੀਦਾ ਕਿ ਸਿੱਖ ਭਾਈਚਾਰਾ ਇਹਦੇ ਤੋਂ ਹੋਵੇ ਜੀ। ਮੈਨੂੰ ਜਿਹੜੀ ਜਾਣਕਾਰੀ ਮਿਲੀ ਹੈ ਬਹੁਤ ਭਰੋਸੇਯੋਗ ਸੂਤਰਾਂ ਤੋਂ ਕਿ ਅਸਲ ਦੇ ਵਿੱਚ ਰਾਮ ਰਹੀਮ ਨੂੰ ਵੀ ਕਨਵਿੰਸ ਕੀਤਾ ਜਾ ਰਿਹਾ ਕਿ ਤੁਸੀਂ ਹੁਣ ਬਾਬਾ ਜੀ ਖੜਾ ਛੱਡੋ ਪੰਜਾਬ ਦਾ ਖੜਾ ਛੱਡੋ ਤੇ ਸਾਨੂੰ ਕੋਈ ਨਵਾਂ ਬੰਦਾ ਦਿਓ, ਆਪਾਂ ਉਹਨੂੰ ਬਣਾਈਏ। ਉਹ ਇਸ ਗੱਲ ਦੇ ਉੱਤੇ ਅੜੇ ਹੋਏ ਜੀ ਹਨੀਪ੍ਰੀਤ ਨੂੰ ਬਣਾ ਦਿਓ ਹਾਂ। ਤੇ ਹਨੀਪ੍ਰੀਤ ਨੇ ਤਾਂ ਰਹਿਸ਼ ਵੀ ਕਹਿੰਦੇ ਉੱਥੇ ਬਣਾਉਣੀ ਸੀ ਕਲਸ਼ ਦੇ ਰੂਪ ਦੇ ਵਿੱਚ ਸ਼ੁਰੂ ਕਰਤੀ ਹੈ ਅੰਦਰ ਇੱਥੇ ਡੇਰੇ 'ਚ ਸਰਸੇ 'ਚ। ਇੱਥੇ ਜਿਹਨੇ ਕਿ ਆਰਐਸਐਸ ਇਸ ਗੱਲ ਦੇ ਉੱਤੇ ਪ੍ਰੈਸ਼ਰ ਬਿਲਡ ਕਰ ਰਹੀ ਹੈ ਕਿ ਕੋਈ ਇਹੋ ਜਿਹਾ ਬੰਦਾ ਹੋਵੇ ਜਿਹੜਾ ਸਿੱਖ ਭਾਈਚਾਰੇ ਨੂੰ ਵੀ ਪ੍ਰਵਾਨ ਹੋਵੇ। ਬਿਲਕੁਲ ਇਹ ਚੱਲ ਰਹੀ ਹੈ ਗੱਲ। ਤੁਸੀਂ ਦੇਖਿਆ ਹੋਣਾ ਕਿ ਪਹਿਲਾਂ ਵੀ ਇਸ ਡੇਰੇ ਦੇ ਵਿੱਚੋਂ ਕੁਝ ਜਿਹੜੀਆਂ ਹੈਗੀਆਂ ਸ਼ਾਖਾਵਾਂ ਨਿਕਲੀਆਂ। ਬਿਲਕੁਲ ਬੂਦਰ ਵਾਲੀ ਤੋਂ ਇਹ ਬਣਿਆ ਹੋਰ ਨਿਕਲ ਜਾਣਗੀਆਂ ਬੂਦਰ ਵਾਲੀ ਦੇ ਨਾਲ ਇੱਕ ਇੱਥੇ ਡੇਰੇ ਸਰਸੇ ਕੋਲੇ ਵੀ ਜਗਮਾਲ ਵਾਲੀ ਇਹਨਾਂ ਦਾ ਜਗਮਾਲ ਵਾਲੀ ਚੋਂ ਨਿਕਲਿਆ ਜੀ ਇਹ। ਅੱਛਾ ਇਹ ਜਗਮਾਲ ਵਾਲੀ ਚੋਂ ਨਿਕਲਿਆ। ਬੇਸ ਪਹਿਲਾਂ ਜਗਮਾਲ ਵਾਲੀ ਸੀ ਕਹਿੰਦੇ। ਜਗਮਾਲ ਵਾਲੀ ਜਿਹੜਾ ਹੁਣ ਹੈਗਾ ਉਹਨੂੰ ਕੋਈ ਵਕੀਲ ਸਾਹਿਬ ਕੇ ਕਹਿੰਦੇ ਉਹਦਾ ਬੜਾ ਇੱਜ਼ਤਮਾਨ ਹੈ, ਬਹੁਤ ਜ਼ਿਆਦਾ ਉਹਨਾਂ ਦੀ ਰਿਸਪੈਕਟ ਬੜੀ ਹੈ ਉਹਨਾਂ ਦਾ। ਕਹਿੰਦੇ ਭੋਰਾ ਹੀ ਕਿਸੇ ਨਾਲ ਸਿੱਖ ਭਾਈਚਾਰੇ ਨਾਲ ਵੀ ਵੈਰ ਵਿਰੋਧ ਨਹੀਂ। ਸੋ ਇਹ ਜਿਹੜੀ ਦੇਖਣ ਵਾਲੀ ਗੱਲ ਹੈ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਆਰਐਸਐਸ ਜਿਹੜੀ ਹੈ ਘੁਸਪੈਠ ਕਰ ਰਹੀ ਹੈ ਸਿੱਖ ਭਾਈਚਾਰੇ ਦੇ ਵਿੱਚ ਪੈਰ ਲਾਉਣ ਵਾਸਤੇ ਜੀ। ਫਿਰ ਲੱਗ ਜੂਗਾ ਦੇਖੋ ਜੇ ਡਿਵੈਲਪਮੈਂਟ ਅੱਜ ਮੇ ਹੋਗੀ ਡੇਰੇ ਵਾਲੀ ਜੇ ਸਰਸੇ ਵਾਲੀ ਗੱਲ ਹੋਗੀ ਤਾਂ ਫਿਰ ਲੱਗ ਵੀ ਸਕਦਾ ਜੀ। ਭੁੱਲਣਹਾਰ ਤੇ ਬਖਸ਼ਣਹਾਰ ਤਾਂ ਪੰਥ ਹੈਗਾ ਜੀ। ਮੈਂ ਤਾਂ ਇਹੀ ਕਹਾਂ ਕਿ 1849 ਦੇ ਵਿੱਚ ਸਾਡਾ ਰਾਜ ਭਾਗ ਹੋਇਆ ਅੰਗਰੇਜ਼ਾਂ ਨੇ ਤੇ 1857 ਦੇ ਗਦਰ ਨੂੰ ਕੁੱਟਣ ਵਾਸਤੇ ਸਭ ਤੋਂ ਪਹਿਲਾਂ ਹਥਿਆਰਾਂ ਦੇ ਜਿਹੜੇ ਘੁਆੜਿਆਂ ਦੇ ਦਸਤੇ ਕੌਣ ਬਣੇ ਸੀ? ਆਪਾਂ ਹੀ ਬਣੇ, ਆਪਣੇ ਵੱਡੇ ਵਡੇਰੇ ਸੀ। ਬਿਲਕੁਲ। ਤੇ ਢਿੱਲੋਂ ਸਾਹਿਬ ਹੁਣ ਫਿਰ ਟਰੂਡੋ ਸਾਹਿਬ ਨੂੰ ਫਿਲੀਪੀਨਸ ਜਾ ਕੇ ਉੱਥੇ ਕਿਉਂ ਬੋਲਣਾ, ਵੀਅਤਨਾਮ ਉੱਥੇ ਕਿਉਂ ਬੋਲਣਾ ਪਿਆ? ਨਾ ਮੋਦੀ ਸਾਹਿਬ ਇੱਥੇ ਕੀ ਕਹਿੰਦੇ ਆ ਬੋਲੇ ਆਪਣੇ ਪ੍ਰੈਸ ਅੱਗੇ, ਨਾ ਕਿਸੇ ਨੂੰ ਬੋਲਣ ਦਿੱਤਾ। ਦੇਖੋ ਦੋ ਵੱਡੇ ਲੀਡਰ ਹੈ, ਆਏ ਤਾਂ ਸਾਰੇ ਸੀਗੇ ਲੀਡਰ ਚ। ਦੇਖੋ ਨਾ ਤਾਂ ਇਹਦੇ ਚ ਉਹ ਸ਼ਿੰਗਪੀ ਸ਼ੀ ਆਇਆ ਹੈ ਤੁਹਾਡਾ ਚਾਈਨਾ ਵਾਲਾ, ਨਾ ਮਿਸਟਰ ਪੁਤਨ ਆਏ ਹੈ। ਪੁਤਨ ਨੇ ਆਪਣੇ ਪ੍ਰਾਈਮ ਮਿਨਿਸਟਰ ਨੂੰ ਭੇਜਤਾ, ਇਹਨਾਂ ਨੇ ਆਪਣਾ ਦੂਜਾ ਭੇਜਤਾ। ਬਟ ਲੀਡਰ ਤਾਂ ਸਾਰੇ ਹੀ ਵੱਡੇ ਹੁੰਦੇ, ਕੋਈ ਛੋਟਾ ਨਹੀਂ। ਲੇਕਿਨ ਜਿਹੜੀਆਂ ਮਤਲਬ ਆਪਾਂ ਕਹਿ ਸਕਦੇ ਹਾਂ ਵੱਡੀਆਂ ਤਾਕਤਾਂ ਉਹਨਾਂ ਦੇ ਵਿੱਚ ਇੱਕ ਅਮਰੀਕਾ ਤੇ ਦੂਜਾ ਹੈਗਾ ਕੈਨੇਡਾ ਜੀ। ਅਮਰੀਕਾ ਦੇ ਰਾਸ਼ਟਰਪਤੀ ਆਏ ਤੇ ਉਹਨਾਂ ਦੇ ਨਾਲ ਇੱਕ ਟੀਮ ਆਈ ਪੱਤਰਕਾਰਾਂ ਦੀ। ਆਪਣੇ ਪ੍ਰਧਾਨ ਮੰਤਰੀ ਜਦੋਂ ਵੀ ਜਿਹੜੇ ਜਾਂਦੇ ਆ ਬਾਹਰ ਜਾਂਦੇ ਤੇ ਸਾਡੀ ਟੀਮ ਵੀ ਨਾਲ ਜਾਂਦੀ ਹੈ। ਮੈਨੂੰ ਨਹੀਂ ਪਤਾ ਮੋਦੀ ਸਾਹਿਬ ਲੈ ਕੇ ਜਾਂਦੇ ਨਹੀਂ ਜਾਂਦੇ, ਲੇਕਿਨ ਜਿੱਥੋਂ ਤੱਕ ਡਾਕਟਰ ਮਨਮੋਹਨ ਸਿੰਘ ਦਾ ਸਵਾਲ ਹੈ, ਪਹਿਲਾਂ ਸਾਰਿਆਂ ਤੋਂ ਲੈ ਕੇ ਪੰਡਿਤ ਨਹਿਰੂ ਤੋਂ ਮਨਮੋਹਨ ਸਿੰਘ ਦੇ ਨਾਲ ਟੀਮ ਜਾਂਦੀ ਰਹੀ ਹੈ ਜੀ। ਤੇ ਬਹੁਤੇ ਵਾਰੀ ਆਪਾਂ ਖਬਰਾਂ ਪੜ੍ਹਦੇ ਹੁੰਦੇ ਆ, ਉਹ ਕਹਿੰਦੇ ਹੁੰਦੇ ਕਿ ਫਲਾਣੇ ਜਹਾਜ਼ ਦੇ ਵਿੱਚੋਂ ਉਹ ਵਿੱਚ ਬਰੀਫ ਕੀ ਕਰਦੇ ਆ ਪੱਤਰਕਾਰਾਂ ਨਾਲ, ਜਹਾਜ਼ ਦੇ ਵਿੱਚ ਬੈਠ ਕੇ ਗੱਲਬਾਤ ਕਰਦੇ ਤੇ ਫਿਰ ਉੱਥੋਂ ਹੀ ਉਹ ਜਿਹੜੀਆਂ ਹੈਗੀਆਂ ਤੁਹਾਡੀਆਂ ਖਬਰਾਂ ਵੀ ਬਣ ਕੇ ਆਉਂਦੀਆਂ ਜੀ। ਇਸੇ ਤਰੀਕੇ ਆਪਣੇ ਜੋ ਬਾਈਡਨ ਸਾਹਿਬ ਦੇ ਨਾਲ ਵੀ ਇੱਕ ਟੀਮ ਆਈ ਸੀ ਤੇ ਉਹਨਾਂ ਨੇ ਰਜਿਸਟਰ ਕੀਤਾ ਵੀ ਜੀ ਆਪਾਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਇਹ ਤੋਂ ਪਹਿਲਾਂ ਆਪਣੇ ਪ੍ਰਧਾਨ ਮੰਤਰੀ ਸਾਹਿਬ ਮੋਦੀ ਸਾਹਿਬ ਗਏ ਸੀ ਅਮਰੀਕਾ ਦੇ ਵਿੱਚ ਜੀ। ਅਮਰੀਕਾ ਦੇ ਵਿੱਚ ਵੀ ਆ ਗਿਆ ਸੀ ਜੀ ਅਸੀਂ ਗੱਲਬਾਤ ਕਰਨੀ ਹੈ। ਉੱਥੇ ਗੱਲਬਾਤ ਤੋਂ ਪਹਿਲਾਂ ਜਵਾਬ ਦਿੱਤਾ ਸੀ। ਫਿਰ ਉਹਨਾਂ ਨੇ ਕਿਉਂਕਿ ਮੇਜ਼ਬਾਨ ਤਾਂ ਬਾਈਡਨ ਸਾਹਿਬ ਸੀ ਜੀ, ਉਹਨਾਂ ਨੇ ਕਿਹਾ ਨਹੀਂ ਜੀ ਗੱਲ ਤਾਂ ਕਰਨੀ ਪਊ। ਤਾਂ ਫਿਰ ਦਾਨੇਵਾਲ ਸਾਹਿਬ ਦੋ ਪੱਤਰਕਾਰ ਚੁਣੇ ਸੀ ਜੀ। ਇੱਕ ਕਹਿੰਦੇ ਵੀ ਚਲੋ ਜਿਹੜਾ ਹੈਗਾ ਉੱਥੋਂ ਦਾ ਮੂਲ ਨਿਵਾਸੀ ਹੋਊਗਾ ਤੇ ਦੂਜਾ ਏਸ਼ੀਅਨ ਹੋਊਗਾ ਇੱਧਰੋਂ। ਤੇ ਜਿਹੜੀ ਇੱਕ ਕੁੜੀ ਸੀਗੀ ਉਹ ਆਪਣੀ ਜਿਹੜੀ ਸੀਗੀ ਕਿਸੇ ਮਤਲਬ ਏਜੰਸੀ ਵਾਸਤੇ ਕੰਮ ਕਰਦੀ ਤੇ ਉਹਨੇ ਸਵਾਲ ਹੀ ਬੜਾ ਟੇਢਾ ਕਰਤਾ ਤੇ ਮਤਲਬ ਪਾਣੀ ਦੀ ਘੁੱਟ ਨਹੀਂ ਲੰਘੀ ਸੀ। ਮੋਦੀ ਸਾਹਿਬ ਦੀ ਸਥਿਤੀ ਮੇਰੇ ਖਿਆਲ ਤਜਰਬੇ 'ਚ ਬੜਾ ਕੁਛ ਨਿਕਲ ਆਉਂਦਾ ਹੈ ਕਿਉਂਕਿ ਇਵੈਂਟ ਮੈਨੇਜਰ ਤਾਂ ਮੋਦੀ ਸਾਹਿਬ ਦੇ ਨਾਲ ਦਾ ਕੋਈ ਹੈ ਨਹੀਂ। ਬਿਲਕੁਲ ਇਹ ਜਿਹੜਾ ਹੈਗਾ G20 ਵਾਲੇ ਮਾਮਲੇ ਦੇ ਵਿੱਚ ਤੁਸੀਂ ਇਹ ਦੇਖੋ ਕਿ ਬਹੁਤ ਵੱਡਾ ਤਰੱਦਦ ਕਰਕੇ ਇਹਨਾਂ ਨੇ ਦੇਸ਼ ਦੀ ਵੀ ਟੌਰ ਬਣਾਈ ਹੈ ਤੇ ਦੇਸ਼ ਨਾਲੋਂ ਕਿਤੇ ਵੱਧ ਆਪਦੀ ਬਣਾਈ ਹੈ। ਜਿਹੜੀ ਪਰਸਨੈਲਿਟੀ ਕਲਟ ਹੈ ਜਿਹੜਾ ਹੈਗਾ ਉਹਨਾਂ ਨੇ ਆਪਦਾ ਐਨ ਪੂਰਾ ਬਦਲਾ ਜਚਾਉਣ ਦੀ ਕੋਸ਼ਿਸ਼ ਕੀਤੀ ਹੈ, ਸਾਰਾ ਕੁਛ ਹੈ।
ਜਿੱਥੇ ਜਿਹਨੂੰ ਲੋੜ ਸੀ ਸੱਦ ਵੀ ਲਏ, ਮੁੱਖ ਮੰਤਰੀ ਸੱਦ ਲਏ, ਤੇ ਲੇਕਿਨ ਕਾਂਗਰਸ ਦਾ ਪ੍ਰੈਜ਼ੀਡੈਂਟ ਹੈ ਜਿਹੜਾ ਉਹਨੂੰ ਉਹ ਨਹੀਂ ਨਹੀਂ। ਸੱਦਿਆ, ਸੋਨੀਆ ਗਾਂਧੀ ਨੂੰ ਨਹੀਂ ਸੱਦਿਆ। ਹਾਂ, ਉਹਨੂੰ ਸੱਦਿਆ ਨਹੀਂ, ਉਹ ਪਾਸੇ ਵੀ ਕਰਤਾ, ਮਤਲਬ ਵੀ ਔਕਾਤ ਵੀ ਸਾਰਿਆਂ ਨੂੰ ਦਿਖਾਈ ਗਈ, ਤੇ ਨਾਲ ਇਹ ਵੀ ਦਿਖਾਤਾ ਵੀ ਮੇਰੇ ਨਾਲ ਹੈਗੇ ਆ ਬੰਦੇ। ਜਿਵੇਂ ਹੁਣ ਰੌਲਾ ਵੀ ਪਈ ਜਾਂਦਾ ਹੈ, ਉਹ ਅਧੀਰ ਰੰਜਨ ਚੌਧਰੀ ਬੀਬੀ ਤੇ ਮਮਤਾ ਬੈਨਰਜੀ ਤੇ ਖੋਇਆ ਖੜੋਤਾ ਵੀ ਤੁਸੀਂ ਕਿਉਂ ਗਏ, ਤੇ ਉਹ ਕਹਿੰਦੇ ਵੀ ਹੁਣ ਤੁਸੀਂ ਤੈਅ ਕਰੋਗੇ, ਸਾਡੀ ਪਾਰਟੀ ਵੱਖਰੀ ਹੈ, ਤੁਹਾਡੀ ਪਾਰਟੀ ਵੱਖਰੀ ਹੈ, ਤੁਸੀਂ ਤੈਅ ਕਰੋਗੇ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ। ਇਹੀ ਚੀਜ਼ ਇਧਰਲੇ ਪਾਸੇ ਆਪਾਂ ਦੇਖੀਏ ਤਾਂ ਸੁਖੂ ਸਾਹਿਬ ਤਾਂ ਗਏ ਆ, ਫਿਰ ਹਿਮਾਚਲ ਵਾਲੇ ਹੁਣ ਸੁਖੂ ਸਾਹਿਬ ਤਾਂ ਤੁਹਾਡੇ, ਉਹ ਕਿਉਂ ਗਏ? ਨਤੀਸ਼ ਕੁਮਾਰ ਨਾਲ ਤੁਹਾਡੀ ਨੇੜਤਾ, ਉਹ ਕਿਉਂ ਗਏ? ਇਹ ਸਾਰਾ ਕੁਛ ਹੈ, ਹਰ ਇੱਕ ਨੇ ਆਪੋ ਆਪਣੇ ਮਤਲਬ ਦੇਖਣੇ ਹੁੰਦੇ ਹੈ। ਤੇ ਹੁਣ ਉੱਥੋਂ ਦਾ ਸਾਡੀ ਆਹੀ ਚੀਜ਼ ਹੈ। ਭਗਵੰਤ ਮਾਨ ਦਾ ਤੇ ਸੁਖੂ ਦਾ ਫਰਕ ਇਹੀ ਹੈ, ਕਿਉਂਕਿ ਸੁਖੂ ਨੇ ਜਿਹੜੀ ਨੁਕਸਾਨ ਹੋਇਆ ਹੜ੍ਹਾਂ ਦਾ ਉਹਨੇ ਜਾ ਕੇ ਕੇਂਦਰ ਦੇ ਨਾਲ ਉਹਦੇ ਰਿਲੇਸ਼ਨ ਬਣਾਏ ਹੋਏ, ਉਹਨੇ ਜਾ ਕੇ ਕੁਛ ਮਦਦ ਵੀ ਲੈ ਲਈ। ਹਾਂ, ਸੁਖੂ ਕਾਂਗਰਸ ਦਾ ਹੋਰ ਵੀ ਲਊਗਾ। ਜਿਵੇਂ ਮੈਂ ਦੇਖੋ ਢਿੱਲੋਂ ਸਾਹਿਬ, ਇਹਦੇ ਵਿੱਚ ਇਹ ਨਹੀਂ ਹੁੰਦਾਗਾ, ਜਦੋਂ ਤੁਸੀਂ ਚੀਫ ਮਿਨਿਸਟਰ ਹੋ, ਤੁਸੀਂ ਇੱਕ ਸੂਬੇ ਦੇ ਚੀਫ ਮਿਨਿਸਟਰ ਹੋ, ਨਾ ਕਿ ਇੱਕ ਪਾਰਟੀ ਦੇ ਹੋ, ਤੇ ਤੁਹਾਨੂੰ ਸੂਬੇ ਬਾਰੇ ਸੋਚਣ ਦਾ ਨਹੀਂ ਬੜਾ ਕੁਝ ਕਰਨਾ ਪੈਂਦਾ। ਭਾਵੇਂ ਬਿਆਨ ਕੈਪਟਨ ਬਾਦਲ ਸਾਹਿਬ ਵਾਂਗੂ ਬਾਹਰ ਆ ਕੇ ਕਹਿ ਦੇ ਵੀ ਕੁਛ ਨਹੀਂ ਕੀਤਾ ਮੇਰਾ, ਇਹਨਾਂ ਨੇ ਕਾਂਗਰਸ ਸਾਡੀ ਦੁਸ਼ਮਣ ਹੈ ਫਲਾਨਾ, ਤੇ ਲੈ ਕਾਂਗਰਸ ਤੋਂ ਹੀ ਆਉਂਦੇ ਸੀ, ਬੁੱਕੇ ਤਾਂ ਲੈ ਜਾਂਦੇ ਸੀ, ਬੁੱਕੇ ਵੀ ਲੈ ਜਾਂਦੇ ਸੀ। ਹੁਣ ਇਹੀ ਚੀਜ਼ ਜਿਹੜੀ ਹੈਗੀ, ਇੱਥੇ ਦੋ ਵੱਡੇ ਲੀਡਰ ਹੈ, ਤੇ ਦੋਨਾਂ ਵੱਡੇ ਲੀਡਰਾਂ ਦੇ ਸਾਹਮਣੇ ਇੱਕ ਤਾਂ ਮੋਦੀ ਸਾਹਿਬ ਕਹਿੰਦੇ ਜੀ ਗੱਲ ਇਹ ਹੈ ਵੀ ਆਪਾਂ ਮੀਡੀਆ ਨਾਲ ਗੱਲ ਨਹੀਂ ਕਰਨੀ ਜੀ। ਬਾਈਡਨ ਸਾਹਿਬ ਹੁਣ ਕਹਿ ਨਹੀਂ ਸਕਦੇ ਵੀ ਜ਼ਰੂਰ ਕਰਨੀ ਹੈ। ਉਹ ਜਿਹੜੇ ਅਮਰੀਕਾ ਦੇ ਪੱਤਰਕਾਰ ਸੀ, ਉਹਨਾਂ ਦੀ ਪ੍ਰੈਸ ਸੈਕਟਰੀ ਸੀ, ਉਹਨਾਂ ਨੇ ਪ੍ਰੈਸ਼ਰ ਬਿਲਡ ਕੀਤਾ ਵੀ ਇਹ ਗੱਲ ਕਰਕੇ। ਉਹ ਕਹਿੰਦਾ ਭਾਈ ਗੱਲ ਇਹ ਹੈ ਵੀ ਹੁਣ ਮੈਨੂੰ ਇੱਥੇ ਤਾਂ ਇਜਾਜ਼ਤ ਨਹੀਂ, ਨਾ ਤਾਂ ਉਹ ਕਹਿੰਦੇ ਮੈਂ ਬੋਲਣਾ ਤੇ ਨਾ ਮੈਂ ਬੋਲਣ ਦੇਣਾ ਹੈ। ਉਹ ਇੱਕ ਸੀ ਨਾ, ਮੈਂ ਨਾ ਖਾਊਂਗਾ ਨਾ ਖਾਣੇ ਦੂੰਗਾ, ਕਹਿੰਦੇ ਨਾ ਬੋਲਾਂ ਨਾ ਬੋਲਣ ਦੇਵਾਂ। ਉਹ ਕਹਿੰਦਾ ਮੈਂ ਜਾਣਾ ਵੀਤਨਾਮ ਜੀ, ਤੇ ਵੀਤਨਾਮ ਭਾਈ ਤੁਸੀਂ ਮੈਨੂੰ ਸਵਾਲ ਕਰ ਲਿਓ ਤੇ ਆਪਾਂ ਉੱਥੇ ਤੁਹਾਡੇ ਸਵਾਲਾਂ ਦਾ ਜਵਾਬ ਦੇ ਦੇ। ਤੇ ਉੱਥੇ ਜੀ ਉਹਨਾਂ ਨੇ ਸਵਾਲ ਕਰ ਲਏ, ਅੱਛਾ ਜੀ ਵੀ ਤੁਸੀਂ ਦੱਸੋ ਕੀ ਗੱਲਬਾਤ ਹੋਈ ਹੈ। ਉਹ ਕਹਿੰਦੇ ਮੇਰੀਆਂ ਗੱਲਾਂ ਹੋਈਆਂ ਦੋ, ਬਾਕੀ ਜਿਹੜਾ G20 ਨਾਲ ਦੋ ਗੱਲਾਂ ਹੋਈਆਂ। ਇੱਕ ਤਾਂ ਕਹਿੰਦਾ ਮੈਂ ਜਿਹੜਾ ਹੈਗਾ ਲੋਕਤੰਤਰ ਦੇ ਉੱਤੇ ਬਹੁਤ ਜਵਾਬ ਮਤਲਬ ਦਬਾ ਦਿੱਤਾ ਹੈ ਜੀ, ਮਨੁੱਖੀ ਅਧਿਕਾਰਾਂ ਨੂੰ ਤੇ ਲੋਕਤੰਤਰ ਦੀ ਜੀ ਮਤਲਬ ਮਨੁੱਖੀ ਅਧਿਕਾਰਾਂ ਦਾ ਤਾਂ ਬਹੁਤ ਜ਼ਰਾ ਲੋੜ ਹੈ ਜੀ। ਲੋਕਤੰਤਰ ਚਲੋ ਤੁਹਾਡਾ ਵੱਡਾ ਲੋਕਤੰਤਰ ਹੈ, ਮਨੁੱਖੀ ਅਧਿਕਾਰਾਂ ਦੀ ਗੱਲ ਦੂਜੀ। ਉਹਨਾਂ ਨੇ ਕਿਹਾ ਵੀ ਆਜ਼ਾਦ ਪ੍ਰੈਸ, ਇਹ ਬਹੁਤ ਵੱਡਾ ਅਟੈਕ ਉਹਨਾਂ ਨੇ ਵੀਤਨਾਮ ਜਾ ਕੇ ਕਰਤਾ ਕਿ ਮਤਲਬ ਇੰਡੀਆ ਦੇ ਵਿੱਚ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਬੰਦਸ਼ ਹੈ। ਇਹ ਗੱਲ ਉਹਨਾਂ ਨੇ ਜਿਹੜਾ ਹੈ ਜਾ ਕੇ ਉੱਥੇ ਗੱਲ ਕਰਤੀ। ਇੱਕ ਬਹੁਤ ਵੱਡਾ ਮੇਰਾ ਖਿਆਲ ਹੈ ਵੀ ਜਿਹੜਾ ਜਿੰਨਾ ਖੱਟਿਆ ਕਮਾਇਆ ਸੀ ਉਹਨੂੰ ਸਾਰੇ ਨੂੰ ਮਿੱਟੀ ਕਰਤਾ, ਮਾਰਤਾ ਕਾਟਾ। ਰਹੀ ਟਰੂਡੋ ਸਾਹਿਬ ਦੀ, ਟਰੂਡੋ ਸਾਹਿਬ ਨੂੰ ਇਹਨਾਂ ਨੇ ਕਿਹਾ ਜੀ ਤੁਹਾਡੇ ਦੇਸ਼ ਦੇ ਵਿੱਚ ਬੜਾ ਕੁਛ ਹੋ ਰਿਹਾ ਹੈ ਜੀ, ਉੱਥੇ ਜਿਹੜੇ ਖਾਲਿਸਤਾਨੀ ਜਾ ਕੇ ਅੰਬੈਸੀਆਂ ਤੇ ਹਮਲੇ ਕਰਦੇ। ਉਹ ਕਹਿੰਦੇ ਵੀ ਬਿਲਕੁਲ ਠੀਕ ਹੈ, ਕੁਛ ਬੰਦਿਆਂ ਵੱਲੋਂ ਕੀਤੀ ਗੜਬੜ ਜਿਹੜੀ ਹੈਗੀ ਸਮੁੱਚੇ ਭਾਈਚਾਰੇ ਦੀ ਨਹੀਂ ਹੋ ਸਕਦੀ। ਕਾਨੂੰਨ ਮੁਤਾਬਕ ਅਸੀਂ ਸਭ ਦੇ ਕਾਰਵਾਈ ਕਰਾਂਗੇ, ਲੇਕਿਨ ਸਾਡੇ ਦੇਸ਼ ਦਾ ਇੱਕ ਕਾਇਦਾ ਕਾਨੂੰਨ ਹੈ। ਸਾਡੇ ਦੇਸ਼ ਦੇ ਵਿੱਚ ਹਰ ਬੰਦੇ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ, ਹਰ ਬੰਦੇ ਨੂੰ ਆਪਣੀ ਜ਼ਮੀਰ ਦੀ ਵੀ ਸੁਤੰਤਰਤਾ ਹੈ। ਬਿਲਕੁਲ, ਜੇ ਕਿਸੇ ਦੀ ਜ਼ਮੀਰ ਕਹਿੰਦੇ ਮੈਂ ਇਹ ਗੱਲ ਨਹੀਂ ਮੰਨਦਾ ਤੇ ਉਹਨੂੰ ਬੋਲਣ ਦਾ ਵੀ ਅਧਿਕਾਰ ਹੈ, ਉਹਦੇ ਤੇ ਅਸੀਂ ਬੰਦਸ਼ਾ ਨਹੀਂ ਲਾ ਸਕਦੇ ਜੀ। ਹਾਂ, ਜੇ ਕੋਈ ਬੰਦਾ ਉੱਥੇ ਗੜਬੜ ਕਰਦਾ ਅਸੀਂ ਉਹਨਾਂ ਦੇ ਖਿਲਾਫ ਜਿਹੜੇ ਮੁਕੱਦਮੇ ਬਣਦੇ ਮੁਕੱਦਮੇ ਬਣਾ ਦੇਣੇ, ਉਹ ਸਾਰਾ ਕੁਝ ਕਰੀਏ ਨਾ। ਇੰਟਰਸਟਿੰਗ ਗੱਲ ਜੀ, ਜਦੋਂ ਟਰੂਡੋ ਸਾਹਿਬ ਦੇ ਨਾਲ ਇੱਥੇ ਗੱਲਾਂ ਬਾਤਾਂ ਕਰ ਰਹੇ ਸੀ ਤੇ ਉਸੇ ਵੇਲੇ ਸਰੀ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ, ਗੁਰੂ ਨਾਨਕ ਦਰਬਾਰ, ਉਹ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੇ ਪਹਿਲਾਂ ਸੀ ਇਹਨਾਂ ਨੇ ਕੀਤਾ ਸੀ ਰੈਫਰੈਂਡਮ ਕਰਾਉਣਾ ਸੀ ਖਾਲਿਸਤਾਨ ਦੇ ਉੱਤੇ ਕਿਸੇ ਸਕੂਲ 'ਚ ਜੀ, ਪਰ ਉਹ ਜਿਹੜੇ ਕੋਈ ਪੋਸਟਰ ਵਗੈਰਾ ਲਾਏ ਉਹਦੇ 'ਚ ਹਥਿਆਰਾਂ ਦਾ ਵਿਖਾਵਾ ਸੀ, ਉਹ ਸਕੂਲ ਵਾਲਿਆਂ ਨੇ ਇਜਾਜ਼ਤ ਜਿਹੜੀ ਦਿੱਤੀ ਹੋਈ ਸੀ ਉਹ ਰੱਦ ਕਰਤੀ। ਅੱਛਾ ਜੀ। ਫਿਰ ਇਹਨਾਂ ਨੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਮਤਲਬ ਜਿਹੜਾ ਆਪਦਾ ਕੀਤਾ। ਇਧਰ ਤਾਂ ਟਰੂਡੋ ਸਾਹਿਬ ਨਾਲ ਗੱਲਾਂ ਬਾਤਾਂ ਕਰੀ ਜਾਂਦੇ ਸੀ ਤੇ ਉਧਰ ਰੈਫਰੈਂਡਮ ਹੋ ਰਿਹਾ ਸੀ ਜੀ। ਰੈਫਰੈਂਡਮ ਦੇ ਵਿੱਚ ਕਹਿੰਦੇ ਵੀ ਬਹੁਤ ਸਾਰੇ ਲੋਕਾਂ ਨੇ ਭਾਗ ਲਿਆ ਔਰ ਉਹਦੇ ਵਿੱਚ ਉਹਨਾਂ ਨੇ ਰੈਫਰੈਂਡਮ ਦੇ ਹੱਕ ਵਿੱਚ ਵੋਟਾਂ ਪਾਈਆਂ ਤੇ ਉੱਥੇ ਗੁਰਪਤਵੰਤ ਸਿੰਘ ਪੰਨੂ ਵੀ ਆਏ ਹੋਏ ਸੀ ਉਚੇਚੇ ਤੌਰ ਤੇ। ਅੱਛਾ ਜੀ। ਪੰਨੂ ਹੋਰਾਂ ਨੇ ਮਤਲਬ ਜਿਹੜਾ ਪ੍ਰਧਾਨ ਮੰਤਰੀ ਦਾ ਤੇ ਅਮਿਤ ਸ਼ਾਹ ਹੋਰਾਂ ਦਾ ਨਾਮ ਲੈ ਕੇ ਧਮਕੀਆਂ ਵੀ ਦਿੱਤੀਆਂ। ਇਹ ਹੁਣ ਦੇਖਣ ਵਾਲੀ ਗੱਲ ਹੈ ਕਿ ਉਹਨਾਂ ਨੂੰ ਕਿਵੇਂ ਲੈਂਦੀ, ਪਰ ਫਿਰ ਉਹ ਵਿਚਾਰਾਂ ਦੇ ਪ੍ਰਗਟਾਵੇ ਵਾਲੀ ਗੱਲ ਆ ਜਾਣੀ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ। ਇਸ ਕਰਕੇ ਮਤਲਬ ਹੈ ਵੀ ਇਹ ਜੋ ਦੋ ਵੱਡੀਆਂ ਤਾਕਤਾਂ ਉਹ ਉਹਨਾਂ ਨੇ ਪਾਰਟਿਸਿਪੇਟ ਵੀ ਕੀਤਾ, ਲੇਕਿਨ ਜਿਹੜੀ ਉਹਨਾਂ ਦੀ ਰਿਜ਼ਰਵੇਸ਼ਨ ਉਹਨਾਂ ਨੇ ਆਪਦੀ ਰਿਜ਼ਰਵੇਸ਼ਨ ਦਿਖਾ ਦਿੱਤੀ। ਸੋ ਇਹਦਾ ਕੁੱਲ ਮਿਲਾ ਕੇ ਢਿੱਲੋਂ ਸਾਹਿਬ ਜਿਵੇਂ ਬਾਈਡਨ ਸਾਹਿਬ ਵੀ ਆਏ, ਆਪਣਾ ਕੀ ਕਹਿੰਦੇ ਆ ਸ਼ੌਨਕ ਸਾਹਿਬ ਵੀ ਆਏ। ਸ਼ੌਨਕ ਸਾਹਿਬ ਨਾਲ ਤਾਂ ਆਪਣੇ ਬਹੁਤ ਵਧੀਆ ਲਿਸਨਰ ਨੇ, ਜੀਵਨ ਮੰਡੋਰੀ ਉਹਨਾਂ ਦੇ ਐਡਵਾਈਜ਼ਰ ਆ, ਉਹਨਾਂ ਦੀ ਆਏ, ਉਹ ਹੁਣ ਚਲੇ ਗਏ ਵਾਪਸ। ਤੇ ਮੈਨੂੰ ਨਾ ਅਸਲ ਦੇ ਵਿੱਚ ਮੰਡ ਸਾਹਿਬ ਦਾ ਜਿਹੜਾ ਨਾ 2-3 ਵਾਰੀ ਕਾਲ ਆਈ, ਮੈਂ ਪਤਾ ਆਪਾਂ ਉਲਝੇ ਹੁੰਦੇ ਆ ਉਸ ਵੇਲੇ, ਪਤਾ ਨਹੀਂ ਲੱਗਦਾ, ਫਿਰ ਲੇਟ ਜਿਹੜੀ ਹੈਗੀ ਆ ਉਦੋਂ ਬਾਅਦ ਸੌਂ ਜਾਂਦੇ ਹੋ, ਮੈਥੋਂ ਗੱਲ ਨਹੀਂ ਹੋ ਸਕੀ ਜੀ। ਆਏ ਸੀਗੇ ਪਰ ਮਿਲ ਵੀ ਨਹੀਂ ਸਕੇ ਤੇ ਪਰ ਚਲੋ ਚੰਗੀ ਗੱਲ ਦਾ ਜੇ ਕੋਈ ਪੰਜਾਬ ਦਾ ਮੁੰਡਾ ਨਹੀਂ ਬਹੁਤ ਵਧੀਆ, ਉਹਨਾਂ ਦੀ ਪੁਰਾਣੀ ਇਕੱਠੇ ਕੰਮ ਕਰਦੇ ਰਹੇ ਆ, ਦੋਸਤੀ ਹੈ ਬਹੁਤ ਵਧੀਆ, ਔਰ ਉਹਨਾਂ ਦੀ ਪਾਰਟੀ ਵਾਸਤੇ ਕੰਮ ਕਰਦੇ ਹੋ। ਹਾਂਜੀ। ਸੋ ਬਹੁਤ ਬਹੁਤ ਸ਼ੁਕਰੀਆ ਸਰ। ਤੇ ਹੁਣ ਫਿਲਹਾਲ ਇੱਕ ਬ੍ਰੇਕ ਦਾ ਸਮਾਂ, ਤੇ ਬ੍ਰੇਕ ਤੋਂ ਬਾਅਦ ਫਿਰ ਅੱਗੇ ਪ੍ਰੋਗਰਾਮ ਨੂੰ ਜਾਰੀ ਰੱਖਾਂਗੇ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ।